गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। सतगुरु गुरबाणी गुरु विच जो उपदेश आपां नूं बख्शिश कर रहे ने, सच परमात्मा निरंकार वाहिगुरु, जे असीं उहनूं नहीं जाणिया, ਉਹਦੇ सन्मुख नहीं होए, फिर महाराज कहते इधर संसार दे विच बाकी का सारा कुछ ही नासवान। हीरे मोती जवाहरात सोना चांदी ये सब इत्थे पए दे पई रह जांदे, धरे दे धरे। फिर जिहड़ा माता पिता साग संबंधी ये भी सब इत्थे ही रह जाते, इन्हां चों भी कोई अगे साथ नहीं निभाउण वाला। महाराज कहंदे भी जिहड़ा मनमुख जीव है वो फिर पशुओं वर्गा है, नापाक है, भी जिन्हें पैदा किया उन्होंने नहीं जानता, ਉਹਦੇ सन्मुख नहीं हुंदा। मारे फरमाउंदे रतन पदार्थ मानक सोयना रूपी खाक, मात पिता सुत बंध पा कूड़े सबे साक, जैन कीता तिसे न जानी मनमुख पस न पाक। बई जिहड़ा मनमुख है मारे कहंदे भी पशुओं वर्ग नापाक मैला है, बई जिन्हें पैदा किया ਉਹਨੂੰ ਜਾਣਦਾ नहीं है, ਉਹਦੇ सन्मुख नहीं ਹੁੰਦਾ, ਉਹਦਾ ਭੇਤ नहीं है। ਤੇ ਫਿਰ ਜੁੜਿਆ ਕਿਹਦੇ ਨਾਲ ਹੈ? ਇਹ ਸੰਸਾਰ ਦੇ ਪਦਾਰਥਾਂ ਦੇ ਨਾਲ। ਤੇ ਮਹਾਰਾਜ ਕਹਿੰਦੇ ਵੀ ਇਹ ਸਾਰੀ ਨਾਸਵਾਨ ਨੇ, ਸਾਰੀ ਇਹ ਕੂੜ ਨੇ। रतन पदार्थ मानक सोयना रूपा खाक, ये रतन मानक मोती हीरे जवाहरात सोयना रूपा चांदी सब खाक, सब मिट्टी च मिल जाने। ते जिन्हों तू आपदे समझदा ये भी सब साक संबंधी सब कूड़ है। जे तू जिन्हें तेनों पैदा किया ਉਹਦੇ ਨਾਲ ਜੁੜਿਆ ਨਹੀਂ, ਉਹਦਾ ਤੈਨੂੰ ਭੇਦ ਨਹੀਂ ਹੈ, ਉਹਦੇ ਨਾਲ ਤੂੰ ਮਿਲਾਪ ਨਹੀਂ ਕੀਤਾ। ਇਸ ਲਈ ਕਹਿੰਦੇ ਮਾਤ ਪਿਤਾ
ਸੁਤ ਬੰਧ ਪਾ ਕੂੜੇ ਸਭੇ ਸਾਕ, ਸਭ ਸਾਕ ਸੰਬੰਧੀ ਇਹ ਕੂੜ। ਬਈ ਜਿਹਨੇ ਪੈਦਾ ਕੀਤਾ ਉਹਦਾ ਜੇ ਭੇਤ ਨਹੀਂ ਸਨ। ਬਈ ਸਾਡੀ ਸਿਰਜਣਾ ਕਿਹਨੇ ਕੀਤੀ ਹੈ, ਸਾਡਾ ਸਿਰਜਣਹਾਰ ਹੈ ਕੌਣ ਹੈ। ਗੁਰਬਾਣੀ ਗੁਰੂ ਹੁਣ ਆਪਾਂ ਨੂੰ ਆਪਣੇ ਸਿਰਜਣਹਾਰ ਦੇ ਨਾਲ ਮਿਲਾਉਂਦੇ ਨੇ ਵੀ ਜਿਹੜਾ ਸਾਡਾ ਸਾਰਿਆਂ ਦਾ ਮਾਲਕ ਹੈ, ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ ਹੈ, ਸਾਡਾ ਮਾਤਾ ਪਿਤਾ ਹੈ। ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਪਰਮਾਤਮਾ ਨੂੰ ਸੰਬੋਧਨ ਕਰਕੇ ਇਹ ਸਾਰਾ ਕੁਛ ਆਖਿਆ ਬਈ ਤੂੰ ਸਾਡਾ ਮਾਂ ਪਿਓ ਹੈ, ਜਿਹਨੇ ਸਾਨੂੰ ਪੈਦਾ ਕੀਤਾ। ਤੂੰ ਮਾਤਾ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਵੀ ਤੂੰ ਸਾਡਾ ਮਾਤਾ ਪਿਤਾ, ਅਸੀਂ ਤੇਰੇ ਬੱਚੇ। ਫਿਰ ਇਸੇ ਨੂੰ ਹੀ ਪਰਮਾਤਮਾ ਨੂੰ ਹੀ ਆਖਿਆ ਵੀ ਤੂੰ ਸਾਡਾ ਪਤੀ, ਤੂੰ ਸਾਡਾ ਪਤੀ ਪਰਮੇਸ਼ਰ ਹੈ। ਵੀ ਜਦੋਂ ਅਸੀਂ ਤੇਰੇ ਨਾਲ ਮਿਲਾਪ ਕਰ ਲਿਆ ਤੇ ਅਸੀਂ ਸਦਾ ਸੁਹਾਗਣਾ ਹੋ ਗਈਆਂ। ਵੀ ਤੂੰ ਐਸਾ ਪਤੀ ਹੈ ਜਿਹੜਾ ਸਾਨੂੰ ਕਦੇ ਛੱਡ ਕੇ ਨਹੀਂ ਜਾਂਦਾ ਕਿਤੇ, ਜਿਹੜਾ ਜੰਮਦਾ ਮਰਦਾ ਨਹੀਂ ਹੈ, ਸਦਾ ਰਹਿਣ ਵਾਲਾ। ਤੂੰ ਸਾਡਾ ਅਸਲ ਸਾਕ ਸੰਬੰਧੀ ਹੈ, ਤੂੰ ਸਾਡਾ ਸਖਾ ਹੈ, ਤੂੰ ਸਾਡਾ ਰਿਸ਼ਤੇਦਾਰ ਹੈ, ਜਿਹਨੇ ਸਾਡੇ ਨਾਲ ਸਦਾ ਨਿਭਾਉਣਾ। ਇਹ ਤਾਂ ਸਭ ਸਾਕ ਸੰਬੰਧੀ ਸਭ ਝੂਠ ਹੈ। ਇਸ ਵਾਸਤੇ ਫਿਰ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਕਹਿੰਦੇ ਵੀ ਜਿਹੜਾ ਸਾਡਾ ਅਸਲ ਸਖਾ ਹੈ, ਵੀ ਜੇ ਅਸੀਂ ਉਹਦੇ ਨਾਲ ਮਿੱਤਰਤਾ ਨਹੀਂ ਕੀਤੀ, ਉਹਦੇ ਨਾਲ ਅਸੀਂ ਮਿਲਾਪ ਨਹੀਂ ਕੀਤਾ, ਤੇ ਫਿਰ ਅਸੀਂ ਕਿਹਦੇ ਨਾਲ ਜੁੜੇ ਹਾਂ? ਕੂੜ ਦੇ ਨਾਲ। ਕੂੜ ਕੀ ਹੈ? ਵੀ ਝੂਠ ਦੇ ਨਾਲ। ਕਿਉਂਕਿ ਜਿਹੜੇ ਸਰੀਰ ਇਹ ਸਭ ਨਾਸਵਾਨੇ, ਸਦਾ ਨਹੀਂ ਰਹਿਣੇ। ਅੱਜ ਹੈਗੇ, ਕੱਲ੍ਹ ਹੈ ਨਹੀਂ, ਇਹਨਾਂ ਦਾ ਕੋਈ ਭਰੋਸਾ ਨਹੀਂ। ਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਰੀਰ ਨੂੰ ਮਿਥਿਆ ਸਮਝੋ, ਨਾਸਵਾਨ ਸਮਝੋ। ਜਿਹੜਾ ਇਹਦੇ ਅੰਦਰ ਵੱਸਦਾ ਹੈ ਉਹਦੀ ਪਹਿਚਾਣ ਕਰੋ, ਉਹ ਕੌਣ ਹੈ। ਮਹਾਰਾਜ ਫਰਮਾਉਂਦੇ ਸਾਧੋ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਹਿ ਪਹਿਚਾਣੋ। ਆਪਾਂ ਨੂੰ ਦੱਸ ਦਿੱਤਾ ਵੀ ਇਹਦੇ ਅੰਦਰ ਰਾਮ ਵਸ ਰਿਹਾ, ਵਾਹਿਗੁਰੂ ਵਸ ਰਿਹਾ, ਤੁਸੀਂ ਉਹਦੀ ਪਹਿਚਾਣ ਕਰੋ। ਹੁਣ ਜੇ ਤਾਂ ਅਸੀਂ ਪਹਿਚਾਣ ਕਰ ਲਈ, ਫਿਰ ਤਾਂ ਜਦੋਂ ਦਿੱਤਾ ਹੋਇਆ ਸਮਾਂ ਸਾਡਾ ਖਤਮ ਹੋਏਗਾ, ਅਸੀਂ ਉਹਦੇ ਵਿੱਚ ਸਮਾ ਜਾਵਾਂਗੇ, ਉਹਦੇ 'ਚ ਲੀਨ ਹੋ ਜਾਵਾਂਗੇ। ਜੇ ਅਸੀਂ ਉਹਦੀ ਪਹਿਚਾਣ ਨਹੀਂ ਕੀਤੀ, ਜਿਹਨੇ ਸਾਡੀ ਸਿਰਜਣਾ ਕੀਤੀ, ਜਿਹਨੇ ਸਾਨੂੰ ਪੈਦਾ ਕੀਤਾ, ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਬੜੇ ਚਿਰਾਂ ਬਾਅਦ, ਕਈਆਂ ਯੁੱਗਾਂ ਬਾਅਦ ਮਾਨਸ ਜਾਮਾ ਤਾਂ ਮਿਲ ਗਏ। 84 ਲੱਖ ਜੂਨ ਤੋਂ ਉੱਤਮ, ਸਭ ਤੋਂ ਸ੍ਰੇਸ਼ਟ। ਪਰ ਜੇ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਸਿਰਜਣਾ ਕਰਨ ਵਾਲੇ ਦੀ ਪਹਿਚਾਣ ਨਹੀਂ ਕੀਤੀ, ਫਿਰ ਗੁਰਬਾਣੀ ਗੁਰੂ 'ਚ ਕਹਿੰਦੇ ਵੀ ਇਹ ਪਸ਼ੂਆਂ ਵਰਗੇ ਨੇ, ਇਹ ਪਸ਼ੂਆਂ ਤੋਂ ਵੀ ਭੈੜੇ ਨੇ, ਇਹ ਪ੍ਰੇਤ ਨੇ। ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਚਰਨਕਾਲ ਪਾਈ ਦੁਰਲੰਭ ਦੇ, ਨਾਮ ਬਿਹੂਣੀ ਹੋਈ ਖੇ। ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਬਈ ਬੜੇ ਚਿਰਾਂ ਬਾਅਦ ਮਾਨਸ ਦੇਹੀ ਤਾਂ ਮਿਲ ਗਈ, ਮਾਨਸ ਜਾਮਾ ਤਾਂ ਮਿਲ ਗਿਆ। ਚਰਨਕਾਲ ਪਾਈ ਦੁਰਲੰਭ ਦੇ, ਵੀ ਬੜੇ ਚਿਰਾਂ ਬਾਅਦ ਇਹ ਜਿਹੜੀ ਦੁਰਲੰਭ ਸੀ ਦੇਹੀ ਮਾਨਸ ਹੀ ਮਿਲ ਗਈ। ਪਰ ਇਹਦੇ ਵਿੱਚ ਜੇ ਸਿਰਜਣਾ, ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਾਨੂੰ ਇਹ ਉੱਤਮ ਜੀਵਨ ਦਿੱਤਾ, ਜਿਹੜਾ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਜਿਹੜਾ ਸਾਡੀ ਪਾਲਣਾ ਪੋਸ਼ਣ ਕਰਦਾ ਹੈ, ਜੇ ਉਹਨੂੰ ਨਹੀਂ ਜਾਣਿਆ, ਉਹਦਾ ਪਤਾ ਹੀ ਨਹੀਂ ਵੀ ਉਹ ਕਿੱਥੇ ਵੱਸਦਾ ਹੈ, ਉਹਨੂੰ ਕਦੇ ਦੇਖਿਆ ਹੀ ਨਹੀਂ, ਉਹਦੇ ਕਦੇ ਦਰਸ਼ਨ ਹੀ ਨਹੀਂ ਕੀਤੇ, ਉਹਦੇ ਨਾਲ ਮਿਲਾਪ ਹੀ ਨਹੀਂ ਕੀਤਾ,
ਫਿਰ ਕਹਿੰਦੇ ਵੀ ਪਸ਼ੂਆਂ ਵਰਗੇ ਨੇ, ਪਸ਼ੂਆਂ ਤੋਂ ਵੀ ਭੈੜੇ ਨੇ ਮਹਾਰਾਜ ਕਹਿੰਦੇ। ਬਈ ਪਸ਼ੂਆਂ ਤੋਂ ਭੈੜੇ ਤਾਂ ਵੀ ਪਸ਼ੂ ਨੂੰ ਤਾਂ ਗਿਆਨ ਨਹੀਂ ਹੈ, ਉਹਨਾਂ ਨੂੰ ਤਾਂ ਮੌਕਾ, ਉਹਨਾਂ ਨੂੰ ਤਾਂ ਵਾਰੀ ਨਹੀਂ ਹੈ। ਜਿਵੇਂ ਆਪਾਂ ਦੇਖਦੇ ਪਸ਼ੂ ਉਹ ਵੀ ਲੜਦੇ ਆਪਸ ਵਿੱਚ, ਉਹ ਤਾਂ ਲੜਦੇ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ, ਉਹਨਾਂ ਨੂੰ ਇੰਨੀ ਸੋਝੀ ਨਹੀਂ ਹੈ ਵੀ ਸਾਨੂੰ ਕੌਣ ਲੜਾ ਰਿਹਾ ਹੈ, ਕਾਹਤੋਂ ਅਸੀਂ ਲੜ ਰਹੇ ਹਾਂ। ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਦਿੱਤਾ ਹੈ, ਸੋਝੀ ਦਿੱਤੀ ਵੀ ਸਾਨੂੰ ਲੜਾਉਣ ਵਾਲੇ ਕੌਣ ਨੇ, ਕਾਹਤੋਂ ਅਸੀਂ ਲੜਦੇ ਹਾਂ, ਕਿਉਂ ਸਾਡੇ ਅੰਦਰ ਵੈਰ ਵਿਰੋਧ ਪੈਦਾ ਹੁੰਦਾ, ਕਿਉਂ ਅਸੀਂ ਈਰਖਾ ਨਫ਼ਰਤ ਦੇ ਵਿੱਚ ਜਾਂਦੇ ਹਾਂ। ਜੇ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਜੀਵ ਇਹੋ ਕੁਝ ਕਰਦਾ ਹੈ, ਪਸ਼ੂਆਂ ਵਾਂਗੂ ਲੜੀ ਜਾਂਦਾ ਹੈ, ਵੈਰ ਵਿਰੋਧ ਕਰੀ ਜਾਂਦਾ ਹੈ, ਈਰਖਾ ਨਫ਼ਰਤ ਕੀਤੀ ਜਾਂਦਾ ਹੈ, ਫਿਰ ਸਤਿਗੁਰੂ ਕਹਿੰਦੇ ਵੀ ਤੁਸੀਂ ਤਾਂ ਉਦੋਂ ਵੀ ਭੈੜੇ ਹੋ ਗਏ। ਬਈ ਮਨਮੁਖ ਹੈ ਜਿਹੜਾ ਕਹਿੰਦੇ ਪਸ਼ੂਆਂ ਤੋਂ ਵੀ ਭੈੜਾ ਹੈ, ਪ੍ਰੇਤਾਂ ਤੋਂ ਵੀ ਭੈੜਾ ਹੈ। ਜਿਵੇਂ ਪ੍ਰੇਤ ਇੱਕ ਜੂਨ ਹੈ, ਮਨਮੁਖ ਉਦੋਂ ਵੀ ਭੈੜਾ ਪ੍ਰੇਤ ਤੋਂ ਵੀ। ਇਸ ਲਈ ਫਿਰ ਕਹਿੰਦੇ ਜਿਨ ਕੀਤੀ ਤਿਸੇ ਨਾ ਜਾਣਨੀ ਬੈਣ, ਨਾਮੇ ਸਭ ਚੋਰ। ਵੀ ਜਿਹਨੇ ਮਾਲਕ ਨੇ ਪੈਦਾ ਕੀਤਾ ਉਹਨੂੰ ਜਾਣਿਆ ਨਹੀਂ, ਨਾਮ ਨੂੰ ਬੁੱਝਿਆ ਨਹੀਂ। ਇਹ ਪਸ਼ੂ ਵੀ ਨੇ ਤੇ ਇਹ ਚੋਰ ਵੀ ਨੇ। ਤੇ ਜਿਹੜਾ ਚੋਰ ਹੁੰਦਾ ਉਹ ਅਪਰਾਧੀ ਹੁੰਦਾ, ਤੇ ਜਿਹੜਾ ਅਪਰਾਧੀ ਹੈ ਉਹਨੂੰ ਸਜ਼ਾ ਮਿਲਦੀ। ਇਸੇ ਤਰ੍ਹਾਂ ਹੀ ਫਿਰ ਅਸੀਂ ਮਾਲਕ ਦੀ ਭਗਤੀ ਤੋਂ ਬਿਨਾਂ, ਉਹਦੇ ਮਿਲਾਪ ਤੋਂ ਬਿਨਾਂ ਅਸੀਂ ਅਪਰਾਧੀ। ਬਈ ਜਿਹਨੇ ਸਾਨੂੰ ਇਹ ਪਿੰਡ ਦਿੱਤਾ, ਸਰੀਰ, ਜਿਹਨੇ ਮੁੱਖ ਦਿੱਤਾ, ਬੋਲ ਰਹੇ ਹਾਂ, ਅੱਖਾਂ ਦਿੱਤੀਆਂ ਦੇਖ ਰਹੇ ਹਾਂ, ਕੰਨ ਦਿੱਤੇ ਸੁਣ ਰਹੇ ਹਾਂ, ਉਹਦਾ ਦਿੱਤਾ ਹੋਇਆ ਖਾਂਦੇ, ਉਹਦਾ ਦਿੱਤਾ ਹੋਇਆ ਪਹਿਨਦੇ। ਤੇ ਜੇ ਉਹਨੂੰ ਹੀ ਨਹੀਂ ਜਾਣਿਆ, ਉਹਦੀ ਭਗਤੀ ਨਹੀਂ ਕੀਤੀ, ਫਿਰ ਮਹਾਰਾਜ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਜੈਨ ਪ੍ਰਭ ਜੀਓ ਪਿੰਡ ਥਾਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਬਈ ਜਿਹਨੇ ਸਾਨੂੰ ਇਹ ਜੀਵਨ ਦਿੱਤਾ, ਜਿਹਨੇ ਸਾਨੂੰ ਇਹ ਪਿੰਡ ਦਿੱਤਾ, 84 ਲੱਖ ਜੂਨ ਤੋਂ ਉੱਤਮ ਸਾਨੂੰ ਇਹ ਮਾਨਸ ਜਾਮਾ ਦਿੱਤਾ, ਉਹਦੀ ਭਗਤੀ ਨਹੀਂ ਕੀਤੀ, ਉਹਨੂੰ ਜਾਣਿਆ ਹੀ ਨਹੀਂ, ਉਹਦੇ ਸਨਮੁਖ ਹੀ ਨਹੀਂ ਹੋਏ। ਫਿਰ ਕਹਿੰਦੇ ਵੀ ਅਪਰਾਧੀ ਜਿਹਨੇ ਸਾਨੂੰ ਪੈਦਾ ਕੀਤਾ ਉਹਦੇ, ਕਿਸੇ ਹੋਰ ਦੇ ਨਹੀਂ। ਸੰਸਾਰ ਦੇ ਵਿੱਚ ਜੇ ਅਸੀਂ ਆਖੀਏ ਵੀ ਅਸੀਂ ਕਿਸੇ ਹੋਰ ਦੇ ਅਪਰਾਧੀ ਹਾਂ ਜੀ, ਅਸੀਂ ਹੋਰ ਕਿਸੇ ਦੇ ਨਾਲ ਧੋਖਾ ਕੀਤਾ ਜਾਂ ਪਾਪ ਕੀਤਾ, ਕਿਸੇ ਹੋਰ ਦੇ ਨਹੀਂ, ਅਸੀਂ ਪਰਮਾਤਮਾ ਦੇ ਅਪਰਾਧੀ ਹਾਂ, ਵਾਹਿਗੁਰੂ ਦੇ। ਵੀ ਜਿਹਨੇ ਸਾਨੂੰ ਪੈਦਾ ਕੀਤਾ ਅਸੀਂ ਉਹਦੀ ਭਗਤੀ ਨਹੀਂ ਕਰਦੇ। ਜਿਹਨੇ ਪੈਦਾ ਕੀਤਾ ਉਹਨੂੰ ਜਾਣਿਆ ਨਹੀਂ, ਤੇ ਫਿਰ ਅਸੀਂ ਅਪਰਾਧੀ, ਫਿਰ ਅਸੀਂ ਚੋਰ। ਇਸ ਵਾਸਤੇ ਜਦੋਂ ਫਿਰ ਸਾਨੂੰ ਸੰਗਤ ਕਰਕੇ ਥੋੜ੍ਹੀ ਜਿਹੀ ਸੋਝੀ ਆਉਂਦੀ, ਸਾਨੂੰ ਭੇਤ ਆਉਂਦਾ ਬਈ ਇਹ ਸਾਨੂੰ ਜੀਵਨ ਕਾਹਦੇ ਵਾਸਤੇ ਮਿਲੇ ਹੈ, ਬਈ ਜਿਹਦੇ ਵਾਸਤੇ ਮਿਲੇ ਆ ਭਗਤੀ ਵਾਸਤੇ, ਵੀ ਅਸੀਂ ਭਗਤੀ ਨਹੀਂ ਕੀਤੀ, ਨਾ ਅਸੀਂ ਗੁਰਮੁਖਾਂ ਦਾ ਸੰਗ ਕੀਤਾ, ਸਤਸੰਗਤ ਕੀਤੀ। ਫਿਰ ਸਾਡਾ ਮਨ ਜਿਹੜਾ ਇਹ ਸ਼ਰਮ ਮਹਿਸੂਸ ਕਰਦਾ, ਫਿਰ ਇਹ ਲੱਜਾ ਮਹਿਸੂਸ ਕਰਦਾ ਹੈ। ਜਿਸ ਨੂੰ ਮਹਾਰਾਜ ਫਰਮਾਉਂਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਭਰੇ ਕੀ ਰਾਖੋ ਸ਼ਰਮ। ਬਈ ਸਾਡੇ ਕਰਮ ਬੜੇ ਨੀਵੇਂ ਨੀਚ, ਕਿਉਂਕਿ ਅਸੀਂ ਅਪਰਾਧੀ ਹਾਂ। ਬਈ ਨਾ ਅਸੀਂ ਕੋਈ ਜਪ ਤਪ ਕੀਤਾ, ਨਾ ਅਸੀਂ ਭਗਤੀ ਕੀਤੀ, ਨਾ ਅਸੀਂ ਸੰਤਾਂ ਦਾ ਸਾਧੂਆਂ ਦਾ ਸੰਗ ਕੀਤਾ, ਵੀ ਅਸੀਂ ਤਾਂ ਬੜੇ ਵੱਡੇ ਅਪਰਾਧੀ। ਸੋ ਫਿਰ ਸਾਡਾ ਮਨ ਜਦੋਂ ਸ਼ਰਮ ਮਹਿਸੂਸ ਕਰਦਾ, ਫਿਰ ਇਹ ਲੱਜਾ ਮਹਿਸੂਸ ਕਰਦਾ, ਇਸ ਵਾਸਤੇ ਵੀ ਮੈਂ ਕਿਉਂ ਨਹੀਂ ਸਿਮਰਨ ਕਰਦਾ, ਮੈਂ ਕਿਉਂ ਨਹੀਂ ਭਗਤੀ ਕਰਦਾ। ਤੇ ਜਦੋਂ ਅਸੀਂ ਫਿਰ ਇਸ ਤਰ੍ਹਾਂ ਲੱਜਾ ਕਰਾਂਗੇ, ਸ਼ਰਮ ਮਹਿਸੂਸ ਕਰਾਂਗੇ ਵੀ ਜਿਹਨੇ ਸਾਨੂੰ ਪੈਦਾ ਕੀਤਾ ਮਾਲਕ ਨੇ, ਵੀ ਅਸੀਂ ਉਹਦੇ ਗੁਣ ਨਹੀਂ ਗਾਉਂਦੇ,
ਅਸੀਂ ਉਹਨੂੰ ਦੇਖਦੇ ਨਹੀਂ ਅਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਵੀ ਪਰਮਾਤਮਾ ਨੂੰ ਦੇਖੀਏ ਤਾਂ ਸਹੀ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹ ਹੈ ਕਿਹੋ ਜਿਹਾ, ਜਿਹੜਾ ਸਾਡਾ ਅਸਲ ਮਾਤਾ ਪਿਤਾ ਹੈ ਵੀ ਉਹ ਕਿਹੋ ਜਿਹਾ ਦਿਸਦਾ ਹੈ, ਕਿੱਦਾਂ ਦਾ ਹੈ, ਉਹ ਕਿੱਥੇ ਰਹਿੰਦਾ ਹੈ। ਫਿਰ ਇਹ ਸਾਡੀ ਜਿਹੜੀ ਤਲਾਸ਼ ਫਿਰ ਸ਼ੁਰੂ ਹੁੰਦੀ ਅਤੇ ਹੁੰਦੀ ਉਦੋਂ ਹੈ ਜਦੋਂ ਸੰਸਾਰ ਵੱਲੋਂ ਆਪਾਂ ਇੱਧਰੋਂ ਟੁੱਟ ਜਾਂਦੇ ਹਾਂ। ਇੱਧਰੋਂ ਆਪਾਂ ਦੇਖ ਲੈਂਦੇ ਹਾਂ ਵੀ ਸੰਸਾਰ ਦੇ ਵਿੱਚ ਅਸੀਂ ਦੇਖ ਲਿਆ ਵੀ ਇੱਧਰ ਦੁੱਖ ਹੈ, ਜਿਹਨੂੰ ਅਸੀਂ ਸੁੱਖ ਸਮਝਦੇ ਹਾਂ, ਸੁੱਖ ਦੇ ਵਿੱਚੋਂ ਵੀ ਦੁੱਖ ਹੀ ਨਿਕਲੇ। ਜਦੋਂ ਫਿਰ ਆਪਣੇ 'ਤੇ ਕੋਈ ਦੁੱਖ ਆਉਂਦਾ ਹੈ, ਦੁੱਖ ਨੂੰ ਗੁਰਬਾਣੀ ਗੁਰੂ ਵਿੱਚ ਇਸ ਲਈ ਦਾਰੂ ਕਹਿ ਦਿੱਤਾ। ਦੁੱਖ ਸਾਨੂੰ ਆਉਂਦਾ ਹੀ ਇਸ ਵਾਸਤੇ ਵੀ ਅਸੀਂ ਆਪਦੇ ਅਸਲ ਮਾਤਾ ਪਿਤਾ ਨੂੰ ਚੇਤੇ ਕਰੀਏ। ਬਈ ਸੰਸਾਰ ਦੇ ਵਿੱਚ ਤਾਂ ਅਸੀਂ ਦੇਖ ਲਿਆ ਵੀ ਕੋਈ ਸਾਨੂੰ ਸੁਖੀ ਨਹੀਂ ਕਰ ਸਕਦਾ, ਕੋਈ ਐਸਾ ਚੀਜ਼ ਹੈ ਹੀ ਨਹੀਂ ਜਿਹੜੀ ਸਾਨੂੰ ਸੁੱਖ ਦੇਣ ਵਾਲੀ ਹੋਵੇ ਸਾਡੇ ਮਨ ਨੂੰ। ਫਿਰ ਸਾਨੂੰ ਜਦੋਂ ਦੁੱਖ ਆਉਂਦਾ ਆਪਾਂ ਫਿਰ ਪਰਮਾਤਮਾ ਨੂੰ ਚੇਤੇ ਕਰਦੇ ਹਾਂ, ਫਿਰ ਅਸੀਂ ਉਹਦੀ ਤਲਾਸ਼ ਕਰਦੇ ਹਾਂ ਵੀ ਉਹ ਪਰਮਾਤਮਾ ਹੈ ਕਿੱਥੇ ਆ ਵੀ ਜਿਹਨੇ ਸਾਨੂੰ ਪੈਦਾ ਕੀਤਾ। ਇਸ ਲਈ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਬਈ ਸੌਖੇ ਜਿਹੜੇ ਨੂੰ ਰੋਗ ਕਹਿ ਦਿੱਤਾ, ਸੁੱਖਾਂ ਵਿੱਚ ਮਾਲਕ ਸਾਨੂੰ ਭੁੱਲਿਆ ਰਹਿੰਦਾ, ਉਹਨੂੰ ਜੀਵ ਚੇਤੇ ਨਹੀਂ ਕਰਦਾ। ਸੁੱਖਾਂ ਦੇ ਵਿੱਚ ਜਦੋਂ ਕੋਈ ਦੁੱਖ ਆਉਂਦਾ ਜਾਂ ਜਿਵੇਂ ਸੰਸਾਰ ਦੇ ਵਿੱਚ ਕੋਈ ਜਾਂਦਾ, ਸਮਝ ਲਓ ਆਪਾਂ ਕਿਸੇ ਨੂੰ ਬਹੁਤ ਪ੍ਰੇਮ ਕਰਦੇ ਹਾਂ, ਉਹ ਚਲਾ ਗਿਆ, ਆਪਾਂ ਨੂੰ ਛੱਡ ਗਿਆ, ਸੰਸਾਰ ਦੇ ਵਿੱਚ ਉਹ ਚਲਾ ਗਿਆ, ਅਤੇ ਫਿਰ ਸਾਡਾ ਮਨ ਉਹ ਦੁੱਖ ਦੇ ਵਿੱਚ ਉਹ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਉਹ ਦੁੱਖ ਦੇ ਵਿੱਚ ਇੰਨਾ ਸਹਿਜ ਵਿੱਚ ਚਲਾ ਜਾਂਦਾ ਜਦੋਂ ਸਾਡਾ ਮਨ ਦੁੱਖ ਮਹਿਸੂਸ ਕਰਦਾ। ਪਰ ਉਸ ਸਮੇਂ ਜੇ ਅਸੀਂ ਪਰਮਾਤਮਾ ਨੂੰ ਚੇਤੇ ਕਰਨ ਲੱਗ ਜਾਈਏ ਤਾਂ ਉਹ ਦੁੱਖ ਸਾਡੇ ਲਈ ਦਾਰੂ ਬਣ ਜਾਂਦਾ। ਅਤੇ ਜੇ ਅਸੀਂ ਪਰਮਾਤਮਾ ਨੂੰ ਨਾ ਚੇਤੇ ਕਰੀਏ ਫਿਰ ਉਹ ਦੁੱਖ ਹੋਰ ਵੱਧਦਾ ਜਾਂਦਾ। ਸੋ ਇਸ ਵਾਸਤੇ ਸੰਸਾਰ ਦੇ ਵਿੱਚ ਜਦੋਂ ਜੀਵ ਦੇ ਉੱਤੇ ਕੋਈ ਦੁੱਖ ਆਉਂਦਾ, ਉਹ ਫਿਰ ਦੁੱਖ ਹੋਰ ਤਰੀਕੇ ਨਾਲ ਜੀਵ ਸੰਸਾਰ ਵੱਲ ਧਿਆਨ ਬਦਲ ਕੇ ਮਾਇਆ ਵੱਲ ਉੱਧਰੋਂ ਬਦਲ ਲੈਂਦਾ। ਹਾਲਾਂਕਿ ਉਹ ਸਮਾਂ ਜਿਹੜਾ ਹੁੰਦਾ ਬੜਾ ਸਾਂਭਣ ਵਾਲਾ ਹੁੰਦਾ। ਜੇ ਉਦੋਂ ਕਿਤੇ ਆਪਾਂ ਨੂੰ ਸਤ ਸੰਗਤ ਮਿਲ ਜੇ, ਕਿਸੇ ਗੁਰਮੁਖਾਂ ਦਾ ਸੰਗ ਹੋ ਜੇ, ਅਤੇ ਉਸ ਸਮੇਂ ਅਸੀਂ ਫਿਰ ਮਾਲਕ ਨੂੰ ਮਿਲ ਸਕਦੇ ਹਾਂ, ਕਿਉਂਕਿ ਉਦੋਂ ਸਾਡਾ ਇੱਧਰੋਂ ਸੰਸਾਰ ਦੇ ਨਾਲੋਂ ਇੱਕ ਕਿਸਮ ਦਾ ਸੰਬੰਧ ਟੁੱਟਿਆ ਹੀ ਹੁੰਦਾ। ਮਨ ਸਾਡਾ ਵੈਰਾਗੀ ਹੋਇਆ ਹੁੰਦਾ, ਅਤੇ ਉਸ ਅਵਸਥਾ 'ਚ ਫਿਰ ਨਹੀਂ ਉੱਦਾਂ ਮਨ ਜਾਂਦਾ ਨਹੀਂ। ਆਪਾਂ ਸਿਮਰਨ ਕਰਕੇ ਉਸ ਅਵਸਥਾ 'ਚ ਜਾਣਾ ਚਾਹੁੰਦੇ ਹਾਂ। ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਇਹ ਇਸੇ ਕਰਕੇ ਕਰਦੇ ਹਾਂ ਵੀ ਉਹ ਅਵਸਥਾ 'ਚ ਜਦੋਂ ਵੈਰਾਗੀ ਹੁੰਦਾ ਸਾਡਾ ਮਨ, ਜਦੋਂ ਉਹ ਅਵਸਥਾ 'ਚ ਜਾਂਦਾ ਫਿਰ ਮਾਲਕ ਨਾਲ ਮਿਲਾਪ ਹੁੰਦਾ ਹੈ। ਜਦ ਤੱਕ ਹੁਣ ਸਾਡੇ ਅੰਦਰ ਵਿਰਾਗ ਨਹੀਂ, ਉਹਨਾਂ ਸਮਾਂ ਇਹ ਮਾਇਆ ਛੁੱਟਦੀ ਹੋਈ ਨਹੀਂ, ਵਿਚਾਰ ਛੁੱਟਦੇ ਹੀ ਨਹੀਂ ਹੈ। ਇਸ ਲਈ ਮਹਾਰਾਜ ਫਰਮਾਉਂਦੇ ਬਿਨ ਵਿਰਾਗ ਨੇ ਛੂਟ ਸਮਾਇਆ। ਹੁਣ ਇਹ ਸਮਾਂ ਆਪਣੇ 'ਤੇ ਆਉਂਦਾ ਸਾਰਿਆਂ 'ਤੇ ਹੀ ਹੈ, ਇਹ ਨਹੀਂ ਵੀ ਕਿਸੇ 'ਤੇ ਆਉਂਦਾ ਨਹੀਂ ਹੈ, ਪਰ ਉਦੋਂ ਸਾਨੂੰ ਗਿਆਨ ਨਹੀਂ ਹੁੰਦਾ, ਸਾਨੂੰ ਸੋਝੀ ਨਹੀਂ ਹੁੰਦੀ ਇਸ ਚੀਜ਼ ਦੀ। ਜਿਵੇਂ ਹੁਣ ਸਾਰਿਆਂ ਦੀ ਸੰਸਾਰ 'ਚੋਂ ਜਾਂਦੇ ਹੀ ਨੇ, ਆਪਣੇ ਪਰਿਵਾਰ ਦੇ ਮੈਂਬਰ ਸਾਰਿਆਂ ਦੀ ਕਿਸੇ ਨਾ ਕਿਸੇ ਦਾ ਕੋਈ ਚਲਾ ਗਿਆ, ਕਿਸੇ ਦਾ ਮਾਂ ਪਿਓ ਚਲਿਆ ਗਿਆ, ਕਿਸੇ ਦਾ ਭੈਣ ਭਰਾ ਚਲਾ ਗਿਆ, ਕਿਸੇ ਦੇ ਧੀਆਂ ਪੁੱਤਰ ਚਲੇ ਗਏ। ਹੁਣ ਉਹ ਜਦੋਂ ਸਮਾਂ ਹੁੰਦਾ, ਜੇ ਆਪਾਂ ਨੂੰ ਗਿਆਨ ਹੋਵੇ, ਸੋਝੀ ਹੋਵੇ, ਅਤੇ ਉਦੋਂ ਅਸੀਂ ਸਹਿਜ 'ਚ ਜਾ ਸਕਦੇ ਹਾਂ। ਪਰ ਨਾ ਜੀਵਾਂ ਨੂੰ ਗਿਆਨ, ਨਾ ਸੋਝੀ ਹੋਣ ਕਰਕੇ ਉਹ ਫਿਰ ਧਿਆਨ ਸਾਡਾ ਹੋਰ ਉਸ ਜਗ੍ਹਾ 'ਤੇ ਬਦਲਿਆ ਜਾਂਦਾ ਹੈ। ਸੰਸਾਰੀ ਜੀਵ ਆ ਕੇ ਉਹ ਸੰਸਾਰ ਦੀਆਂ ਗੱਲਾਂ ਹੋਰ ਆਪਦੀਆਂ ਤੋਰ ਲੈਂਦੇ। ਉਹ ਜਦੋਂ ਤੋਰ ਲੈਂਦੇ ਅਤੇ ਉਹ ਸਾਡਾ ਮਨ ਉੱਧਰ ਨੂੰ ਫਿਰ ਲੱਗ ਜਾਂਦਾ ਹੈ। ਸੋ ਇਸ ਵਾਸਤੇ ਹੁਣ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਦੁੱਖ ਸਾਨੂੰ ਤਾਂਹੀਓ ਆਉਂਦਾ ਵੀ ਅਸੀਂ ਪਰਮਾਤਮਾ ਨੂੰ ਯਾਦ ਕਰੀਏ।
ਪਰਮਾਤਮਾ ਜਿਸ ਤੋਂ ਅਸੀਂ ਵਿਛੜੇ ਹਾਂ ਅਸੀਂ ਉਹਦੇ ਨਾਲ ਮਿਲਾਪ ਕਰ ਲਈਏ। ਜਦੋਂ ਅਸੀਂ ਉਹਦੇ ਨਾਲ ਮਿਲਾਪ ਕਰ ਲਾਂਗੇ ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੈ, ਫਿਰ ਸਦਾ ਸੁੱਖ, ਸਦਾ ਆਨੰਦ ਹੈ। ਫਿਰ ਇੱਧਰ ਸੰਸਾਰ ਦੇ ਵਿੱਚ ਸਾਡਾ ਮਨ ਵੱਝਦਾ ਨਹੀਂ, ਫਿਰ ਇਹ ਇੰਨਾ ਨਹੀਂ ਮੋਹ ਪਾਉਂਦਾ ਵੀ ਇਸੋਂ ਵਾਪਸ ਜਾ ਹੀ ਨਾ ਸਕੇ ਆਪਦੇ ਘਰ ਨੂੰ। ਫਿਰ ਇਹਨੂੰ ਮੌਤ ਚੇਤੇ ਰਹਿੰਦੀ, ਇਹਨੂੰ ਪਤਾ ਰਹਿੰਦਾ ਵੀ ਮੈਂ ਇੱਥੇ ਸਦਾ ਨਹੀਂ ਰਹਿਣਾ, ਵੀ ਮੈਂ ਇੱਥੋਂ ਜਾਣਾ। ਤੇ ਇਹੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਭੰਜਾਈਏ। ਵੀ ਜੇ ਅਸੀਂ ਇਹ ਜਾਣ ਲਈਏ ਵੀ ਅਸੀਂ ਸਦਾ ਨਹੀਂ ਇੱਥੇ ਰਹਿਣਾ, ਸਾਡੀ ਮੌਤ ਆਉਣੀ ਹੈ ਤੇ ਅਸੀਂ ਇੱਥੋਂ ਜਾਣਾ ਵਾਪਸ, ਫਿਰ ਅਸੀਂ ਇੱਧਰ ਇੰਨਾ ਨਹੀਂ ਖਲਾਰਾ ਖਲਾਰਦੇ ਬਈ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀਏ। ਤੇ ਮਾਰੇ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇੱਥੇ ਜਿੰਨਾ ਮਰਜ਼ੀ ਸੰਸਾਰ ਦੇ ਵਿੱਚ ਜੀਵੇ, ਮਾਇਆ ਇਕੱਠੀ ਕਰ ਲਏ, ਪਦਾਰਥ ਇਕੱਠੇ ਕਰ ਲਏ, ਇਹ ਸਭ ਕੂੜ ਦਾ ਕੂੜ ਇੱਥੇ ਛੱਡ ਕੇ ਹੀ ਜੀਵ ਇੱਥੋਂ ਵਾਪਸ ਚਲਾ ਜਾਂਦਾ ਹੈ। ਇਸ ਲਈ ਮਾਰੇ ਫਰਮਾਉਂਦੇ, ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਭੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਵੀ ਇਹ ਮਹਿਲ ਮਾੜੀਆਂ ਬਣਾਉਂਦੇ ਹੋਏ ਜੀਵ ਉਸਾਰਦੇ ਹੋਏ ਵੱਡੇ ਵੱਡੇ ਬਣਾ ਕੇ ਇੱਥੇ ਹੀ ਛੱਡ ਗਏ, ਉਹ ਸਭ ਇੱਥੇ ਦਾ ਪਿਆ ਹੀ ਰਹਿ ਗਿਆ ਇੱਥੇ। ਤੇ ਜਿਹੜਾ ਅੱਗੇ ਨਾਲ ਜਾਣਾ ਸੀ ਨਾਮ, ਉਹ ਨਾਮ ਦਾ ਭੇਦ ਨਾ ਲਿਆ। ਜੋ ਅਸਲ ਸਾਡਾ ਸਖਾ ਸੀ ਉਹਦੇ ਨਾਲ ਜੁੜੇ ਨਹੀਂ ਤੇ ਕੂੜ ਦੇ ਨਾਲ ਹੀ ਜੁੜੇ ਰਹੇ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਅੰਤ ਸਮੇਂ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਸਾਡੇ ਕੋਈ ਕੰਮ ਨਹੀਂ ਆਉਂਦਾ ਹੈ। ਸੰਸਾਰ ਦੇ ਵਿੱਚ ਸਤਿਗੁਰੂ ਕਹਿੰਦੇ ਵੀ ਅਸੀਂ ਦੇਖਿਆ ਵੀ ਜਦੋਂ ਤਾਂ ਸੁੱਖ ਹੈ, ਸੁੱਖ ਕੀ ਆਪਣੇ ਕੋਲ ਸਵਾਸ ਹੈਗੇ ਸਮਝ ਲਓ ਸੁੱਖ ਹੀ ਹੈ। ਜੇ ਹਜੇ ਆਪਣੇ ਸਾਹ ਚੱਲ ਰਹੇ ਸਮਝ ਲਓ ਵੀ ਸਾਡੇ ਕੋਲ ਹਜੇ ਸਮਾਂ ਹੈਗਾ, ਹਜੇ ਕੁਝ ਵਿਗੜਿਆ ਨਹੀਂ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਦ ਤੱਕ ਤਾਂ ਜੀਵ ਦੇ ਸਵਾਸ ਚੱਲਦੇ ਉਹਨਾਂ ਸਮਾਂ ਤਾਂ ਚਾਰ ਛਪੇਰੇ ਇਕੱਠੇ ਹੋ ਕੇ ਬੈਠ ਜਾਂਦੇ ਜੀਵ ਉਹਦੇ। ਮਹਾਰਾਜ ਕਹਿੰਦੇ ਸੁੱਖ ਮੇ ਆਨ ਬਹੁਤ ਮਿਲ ਬੈਠਤ ਰਹਿਤ 14 ਘੇਰੇ, ਵੀ ਚਾਰਾਂ ਦਸ਼ਾਂ ਵੱਲ ਘੇਰ ਕੇ ਬੈਠ ਜਾਂਦੇ ਵੀ ਸਾਡਾ ਇਹ ਜੀ। ਤੇ ਜਦੋਂ ਵਿਪਤਾ ਪੈਂਦੀ ਫਿਰ ਉਹਨਾਂ 'ਚੋਂ ਕੋਈ ਵੀ ਨਹੀਂ ਨੇੜੇ ਆਉਂਦਾ। ਮਹਾਰਾਜ ਕਹਿੰਦੇ ਵਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇੜੇ। ਜਦੋਂ ਵਿਪਤਾ ਪੈ ਗਈ ਸਾਰੀ ਸੰਗ ਛੱਡ ਗਈ, ਸਾਰੀ ਪਾਸੇ ਹੋ ਗਈ। ਫਿਰ ਮਹਾਰਾਜ ਕਹਿੰਦੇ ਵੀ ਸਭ ਤੋਂ ਨਜ਼ਦੀਕੀ ਰਿਸ਼ਤਾ ਪਤੀ ਪਤਨੀ ਦਾ, ਜਿਹੜਾ ਗੁਰਬਾਣੀ 'ਚ ਵੀ ਦੱਸਿਆ ਵੀ ਸਭ ਤੋਂ ਪਵਿੱਤਰ ਤੇ ਸਭ ਤੋਂ ਨਜ਼ਦੀਕ ਦਾ, ਜਿਹੜੇ ਇਕੱਠੇ ਹੋ ਕੇ ਬਹਿੰਦੇ। ਜਦੋਂ ਹੀ ਇਹ ਹੰਸ ਕਾਇਆ ਨੂੰ ਛੱਡਦਾ, ਹੰਸ ਕੀ ਮਨ ਜਦੋਂ ਇਹ ਸਰੀਰ ਨੂੰ ਛੱਡ ਦਿੰਦਾ, ਤੇ ਜਿਹੜੇ ਇਕੱਠੇ ਜੁੜ ਕੇ ਬਹਿੰਦੇ ਸੀ ਉਹੀਓ ਪ੍ਰੀਤ ਕਹਿਣ ਲੱਗ ਜਾਂਦਾ ਵੀ ਹੁਣ ਤਾਂ ਪ੍ਰੀਤ ਲੱਗਦਾ ਵੀ ਰਾਤ ਨਹੀਂ ਰੱਖਣਾ, ਛੇਤੀ ਸੰਸਕਾਰ ਕਰ ਦਿਓ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਂਸਿਓ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ ਉਹ ਪ੍ਰੀਤ ਕਰ ਭਾਗੀ। ਬਈ ਜਦੋਂ ਹੀ ਹੰਸ ਨੇ ਕਾਇਆ ਨੂੰ ਛੱਡਿਆ ਮਰਨੇ ਤੇ ਉਹ ਪ੍ਰੀਤ ਕਹਿ ਕੇ ਪਾਸੇ ਹਟ ਗਈ, ਮੈਨੂੰ ਤਾਂ ਡਰ ਬੜਾ ਲੱਗਦਾ। ਸਤਿਗੁਰੂ ਕਹਿੰਦੇ ਵੀ ਇੰਨਾ ਕੁ ਸੰਸਾਰ ਦੇ ਵਿੱਚ ਜੀਵਾਂ ਦਾ ਪਿਆਰ ਹੈ ਉਹ ਵੀ ਝੂਠਾ। ਇਹ ਵੈਦ ਕੋ ਬਿਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ। ਮਾਨੋ ਕਹਿੰਦੇ ਵੀ ਜਿਹਦੇ ਨਾਲ ਤੂੰ ਪ੍ਰੇਮ ਪਾਇਆ, ਨੇਹ ਪਾਇਆ, ਇਹ ਇੰਨਾ ਕੁ ਤੇਰੇ ਨਾਲ ਪਿਆਰ ਆ ਇਹਨਾਂ ਦਾ ਵੀ ਜਦੋਂ ਤੇਰੇ ਤੇ ਮੁਸੀਬਤ ਪਈ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਕਿਸੇ ਨੇ ਵੀ ਨਹੀਂ ਦੇਣਾ। ਇਸ ਲਈ ਫਿਰ ਫਰਮਾਉਂਦੇ ਅੰਤ ਵਾਰ ਨਾਨਕ ਬਿਨ ਹਰਿ ਜੀ ਕਉ ਕਾਮ ਨਾ ਆਇਓ। ਵੀ ਅੰਤ ਸਮੇਂ ਵਾਹਿਗੁਰੂ ਤੋਂ ਬਿਨਾਂ ਕੋਈ ਅੱਗੇ ਬਾਂਹ ਨਹੀਂ ਫੜਦਾ, ਕੋਈ ਅੱਗੇ ਸਾਥ ਨਹੀਂ ਦਿੰਦਾ। ਇਹ ਨਹੀਂ ਵੀ ਆਪਾਂ ਪਹਿਲੀ ਵਾਰੀ ਆਏ, ਪਤਾ ਨਹੀਂ ਕਿੰਨੀ ਕੁ ਵਾਰ ਆਪਣੇ ਨਾਲ ਇਹ ਹੋਇਆ
ਜਿਉਂ ਆਪਾਂ ਸਤਿਯੁਗ ਤੋਂ ਚੱਲੇ ਹਾਂ, ਅੱਗੇ ਦੀ ਅੱਗੇ ਆਪਾਂ ਆਕਾਰਾਂ ਦੇ ਵਿੱਚ ਤੁਰੇ ਆ ਰਹੇ ਹਾਂ। ਵਿੱਚ ਦੀ ਆਪਾਂ ਨੂੰ ਮਾਨਸ ਜਾਮਾ ਵੀ ਮਿਲਿਆ। ਮਾਨਸ ਜਾਮਾ ਜਦੋਂ ਮਿਲਦਾ, ਜੇ ਸਾਨੂੰ ਪੂਰਨ ਗੁਰੂ ਨਾ ਮਿਲੇ, ਜੇ ਸਾਨੂੰ ਸਤ ਸੰਗਤ ਨਾ ਮਿਲੇ, ਤੇ ਅਸੀਂ ਮਾਨਸ ਜਾਮੇ ਦਾ ਵੀ ਲਾਹਾ ਨਹੀਂ ਖੱਟ ਸਕਦੇ। ਅਸੀਂ ਇਸੇ ਆ ਕੇ ਕਰਮ ਨਾਲ ਜੁੜ ਜਾਂਦੇ, ਤੇ ਉਹ ਕਰਮ ਨਾਲ ਜੁੜੇ ਹੋਣ ਕਰਕੇ ਉਹ ਵਾਪਸ ਫਿਰ ਜੂਨਾਂ 'ਚ ਮੁੜ ਜਾਂਦੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਪਤਾ ਨਹੀਂ ਕਿੰਨੀ ਕੁ ਵਾਰ ਆਪਾਂ ਆਏ, ਕਿੰਨੀ ਕੁ ਵਾਰ ਸਾਡਾ ਇਹ ਸੰਯੋਗ ਹੋਇਆ ਇੱਕ ਦੂਸਰੇ ਨਾਲ, ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਜੀਵੇ ਮੁਗੇ, ਕਿਤਿਆਂ ਕੇ ਬਾਪ, ਕਿਤਿਆਂ ਕੇ ਬੇਟੇ, ਕਿਤੇ ਗੁਰ ਚੇਲੇ ਹੋਏ। ਆਵਤ ਜਾਵਤ ਗਣਤ ਨਾ ਆਵੇ, ਵੀ ਗਿਣਤੀ ਨਹੀਂ ਹੋ ਸਕਦੀ। ਕਿੰਨੀ ਕੁ ਵਾਰ ਜਿਹੜੇ ਸਾਡੇ ਮਾਂ ਪਿਓ ਬਣੇ ਉਹੀਓ ਸਾਡੇ ਬੱਚੇ ਬਣ ਗਏ, ਅਸੀਂ ਉਹਨਾਂ ਦੇ ਪਿਓ ਬਣ ਗਏ। ਕਈ ਵਾਰ ਅਸੀਂ ਨਕਲੀ ਗੁਰੂ ਬਣ ਗਏ, ਉਹ ਸਾਡੇ ਚੇਲੇ ਬਣ ਗਏ, ਉਹ ਚੇਲੇ ਸਾਡੇ ਗੁਰੂ ਬਣ ਗਏ, ਅਸੀਂ ਉਹਨਾਂ ਦੇ ਚੇਲੇ ਬਣ ਗਏ। ਇਸ ਤਰ੍ਹਾਂ ਪਤਾ ਨਹੀਂ ਕਿੰਨੀ ਕੁ ਵਾਰ ਆਪਣਾ ਸੰਯੋਗ ਹੋਇਆ, ਅਸੀਂ ਜੁੜੇ ਤੇ ਵਾਪਸ ਫੇਰ ਮੁੜ ਗਏ, ਫੇਰ ਆਕਾਰਾਂ ਦੇ ਵਿੱਚ ਚਲੇ ਗਏ। ਮਹਾਰਾਜ ਕਹਿੰਦੇ ਵੀ ਹੁਣ ਇਹ ਸਾਨੂੰ ਦੱਸੇ ਕੌਣ, ਕੌਣ ਸਮਝਾਵੇ ਵੀ ਅਸੀਂ ਕਿਹੜੀ ਵਿਧੀ ਕਰਕੇ ਇਕੱਠੇ ਜੁੜਦੇ ਹਾਂ ਤੇ ਕਿਉਂ ਅਸੀਂ ਫਿਰ ਵਿਛੜ ਜਾਂਦੇ ਹਾਂ, ਕਿਉਂ ਸਾਡਾ ਵਿਛੋੜਾ ਪੈਂਦਾ, ਕਾਹਤੋਂ ਅਸੀਂ ਵਾਪਸ ਫੇਰ ਮੁੜ ਜਾਂਦੇ ਹਾਂ, ਇਹ ਸਾਨੂੰ ਦੱਸੇ ਕੌਣ। ਇਹ ਰਾਵਾਂ ਨੂੰ ਸਮਝਾਉਂਦੇ ਵੀ ਸਾਨੂੰ ਗੁਰਮੁਖ ਦੱਸਣਗੇ, ਵੀ ਜਿਨ੍ਹਾਂ ਨੂੰ ਇਹ ਗਿਆਨ, ਜਿਨ੍ਹਾਂ ਦਾ ਮਨ ਜਾਗਿਆ, ਜਿਨ੍ਹਾਂ ਨੂੰ ਇਹ ਸੋਝੀ, ਉਹ ਗੁਰਮੁਖ ਫਿਰ ਆਪਾਂ ਨੂੰ ਇਹ ਸਮਝਾਉਂਦੇ ਖੇਲ। ਮਾਰੇ ਫਰਮਾਉਂਦੇ ਕਿਤ ਵਿਦ ਵਿਛੜੀ, ਕਿਤ ਵਿਦ ਮਿਲੀਏ, ਇਹ ਵਿਦ ਕੌਣ ਪ੍ਰਗਟਾਏ ਜੀ, ਵੀ ਸਾਨੂੰ ਕੌਣ ਦੱਸੇ, ਕੌਣ ਸਮਝਾਵੇ ਵੀ ਅਸੀਂ ਕਾਹਤੋਂ ਵਿਛੜਦੇ ਹਾਂ, ਕਿਉਂ ਸਾਡਾ ਵਿਛੋੜਾ ਪੈਂਦਾ, ਤੇ ਐਸੀ ਹੁਣ ਕਿਹੜੀ ਵਿਧੀ ਤਰੀਕਾ ਅਪਣਾਈਏ ਵੀ ਅਸੀਂ ਵਿਛੜੀਏ ਨਾ, ਵੀ ਅਸੀਂ ਇੱਥੇ ਵੀ ਇਕੱਠੇ ਰਹੀਏ ਤੇ ਅਸੀਂ ਅੱਗੇ ਦਰਗਾਹ 'ਚ ਜਾ ਕੇ ਵੀ ਮਿਲ ਲਈਏ, ਅਸੀਂ ਸਦਾ ਵਾਸਤੇ ਮੁਕਤ ਅਮਰ ਹੋ ਜਾਈਏ, ਦੁਬਾਰਾ ਨਾ ਆਈਏ। ਫਿਰ ਮਹਾਰਾਜ ਦੱਸਦੇ ਵਿਦ ਗੁਰਮੁਖ ਪ੍ਰਗਟਾਏ ਜੀ, ਵੀ ਗੁਰਮੁਖ ਦੱਸ ਵੀ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ ਉਦੋਂ ਫਿਰ ਅਸੀਂ ਵਿਛੜਦੇ ਹਾਂ। ਜਦੋਂ ਅਸੀਂ ਸਿਮਰਨ ਭਗਤੀ ਨਹੀਂ ਕਰਦੇ, ਇਕੱਠੇ ਮਿਲ ਕੇ ਅਭਿਆਸ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਆਪਦਾ ਪਿਛੋਕੜ ਨਹੀਂ ਫਰੋਲਦੇ, ਤੇ ਇੱਧਰ ਆ ਕੇ ਸਾਡਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਸਾਡੇ ਇੱਕ ਦੂਸਰੇ ਨਾਲ ਵਿਚਾਰ ਨਹੀਂ ਮਿਲਦੇ। ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਸਾਡੇ ਅੰਦਰ ਦੁਬਦਾ ਆ ਜਾਂਦਾ, ਇੱਕ ਦੂਸਰੇ ਪਰਥਾਏ ਵੀ ਇਹ ਮੇਰਾ ਕਹਿਣਾ ਨਹੀਂ ਮੰਨਦਾ, ਇਹ ਮੇਰੇ ਜਿਵੇਂ ਮੈਂ ਕਹਿੰਦਾ ਉਵੇਂ ਹੀ ਚੱਲੇ, ਮੇਰੇ ਅਨੁਸਾਰ ਚੱਲੇ, ਜੋ ਮੈਂ ਕਹਿੰਦਾ ਉਵੇਂ ਹੀ ਹੋਣਾ ਚਾਹੀਦਾ। ਪਰਿਵਾਰ ਦੇ ਵਿੱਚ ਹਰ ਇੱਕ ਜੀਵ ਨੂੰ ਹੁੰਦਾ ਵੀ ਜੋ ਮੈਂ ਕਹਿੰਦਾ ਉਵੇਂ ਹੀ ਹੋਣਾ ਚਾਹੀਦਾ, ਤੇ ਉਵੇਂ ਹੁੰਦਾ ਨਹੀਂ। ਜਦੋਂ ਉਵੇਂ ਹੁੰਦਾ ਨਹੀਂ, ਸਾਡੇ ਅੰਦਰ ਦੁਬਦਾ ਪੈਦਾ ਵੀ ਜੋ ਮੈਂ ਕਹਿੰਦਾ ਉਵੇਂ ਕਿਉਂ ਨਹੀਂ ਕਰਦੇ। ਜਦੋਂ ਸਾਡੇ ਅੰਦਰ ਦੁਬਦਾ ਪੈਦਾ ਹੁੰਦੀ, ਫਿਰ ਸਾਡੇ ਅੰਦਰ ਈਰਖਾ ਆਉਂਦੀ, ਫਿਰ ਨਫ਼ਰਤ ਆਉਂਦੀ ਹੈ, ਫਿਰ ਅਸੀਂ ਫਿੱਕੇ ਬੋਲ ਬੋਲਦੇ ਹਾਂ। ਜਦੋਂ ਅਸੀਂ ਫਿਰ ਉਹ ਦੁਬਦਾ 'ਚ ਪੈਂਦੇ ਹਾਂ, ਦੁਬਦਾ 'ਚ ਪਏ ਹੋਏ ਜੀਵ ਫਿਰ ਆਪਣਾ ਆਪਾ ਨਹੀਂ ਵਿਚਾਰਦਾ, ਫਿਰ ਉਹ ਆਪਦੇ ਬਾਰੇ ਸੋਚਣਾ ਬੰਦ ਕਰ ਦਿੰਦਾ, ਉਹਦੀ ਸੋਚ ਸਿਰਫ ਵੈਰ ਵਿਰੋਧ ਤੱਕ ਹੀ ਰਹਿ ਜਾਂਦੀ। ਤੇ ਦੁਬਦਾ ਦੇ ਵਿੱਚ ਪਿਆ ਹੋਇਆ ਜੀਵ ਫਿਰ ਜੀਵਨ ਦੀ ਬਾਜੀ ਨੂੰ ਹਾਰਦਾ, ਫਿਰ ਉਹ ਵਾਪਸ ਜੂਨਾਂ 'ਚ ਜਾਂਦਾ। ਦੁਬਦਾ ਵਿੱਚ ਪਿਆ ਹੋਇਆ ਜੀਵ ਮਰਨਾ ਭੁੱਲ ਜਾਂਦਾ, ਉਹਨੂੰ ਮੌਤ ਨਹੀਂ ਚੇਤੇ ਰਹਿੰਦੀ, ਉਹਨੂੰ ਨਹੀਂ ਪਤਾ ਵੀ ਮੈਂ ਇੱਥੋਂ ਜਾਣਾ ਵਾਪਸ। ਇਸ ਲਈ ਮਹਾਰਾਜ ਫਰਮਾਉਂਦੇ, ਕਹਿੰਦੇ ਮਰਨ ਲਖਾਏ ਮੰਡਲ ਮੇ ਆਏ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਸਤਿਗੁਰੂ ਕਹਿੰਦੇ ਵੀ ਜੀਵ ਇੱਥੇ ਆਇਆ, ਮਰਨ ਲਿਖਾ ਕੇ ਆਇਆ, ਪਰ ਇੱਥੇ ਆ ਕੇ ਮਰਨਾ ਭੁੱਲ ਗਿਆ। ਜਦੋਂ ਮਰਨਾ ਭੁੱਲਿਆ ਤੇ ਦੁਬਦਾ 'ਚ ਚਲਾ ਗਿਆ। ਦੁਬਦਾ 'ਚ ਕਦੋਂ ਗਿਆ? ਜਦੋਂ ਵਿਚਾਰਾਂ ਦਾ ਟਕਰਾਅ ਹੋਇਆ ਸਾਡਾ ਪਰਿਵਾਰ ਦੇ ਵਿੱਚ।
ਜਦੋਂ ਪਰਿਵਾਰ 'ਚ ਤੁਸੀਂ ਕਿਤੇ ਵੀ ਦੇਖੋ, ਆਪਣਾ ਰੋਜ਼ ਹੀ ਇਹ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਹਾਂ, ਚੱਲਦੇ ਹਾਂ, ਜਦੋਂ ਸਾਡਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੁੰਦਾ ਆਪਸ ਵਿੱਚ, ਤੇ ਸਾਡੇ ਅੰਦਰ ਉਦੋਂ ਦੁਬਦਾ ਹੁੰਦੀ, ਸਾਡੇ ਅੰਦਰ ਵੈਰ ਵਿਰੋਧ ਆਉਂਦਾ, ਸਾਡੇ ਅੰਦਰ ਉਹ ਦੁਰਮਤ ਦੀ ਅਗਨ ਫਿਰ ਸਾਨੂੰ ਅੰਦਰੋਂ ਸਾੜਦੀ ਹੈ, ਉਹ ਦੁਖੀ ਕਰਦੀ ਸਾਨੂੰ। ਜਿਵੇਂ ਤੁਸੀਂ ਦੇਖੋ ਵੀ ਕਿਸੇ ਦਿਨ ਪਰਿਵਾਰ ਦੇ ਵਿੱਚ ਕਿਸੇ ਗੱਲੋਂ ਤੁਹਾਡਾ ਲੜਾਈ ਝਗੜਾ ਹੋ ਜਾਂਦਾ ਕਿਸੇ ਨਾਲ, ਜਦੋਂ ਲੜਾਈ ਝਗੜਾ ਹੁੰਦਾ ਸਾਡੇ ਅੰਦਰ ਦੁਬਦਾ ਆਉਂਦੀ, ਤੇ ਫਿਰ ਉਹ ਦੁਰਮਤ ਦੀ ਅਗਨ ਦੇ ਵਿੱਚ ਅਸੀਂ ਦੁਖੀ ਹੁੰਦੇ ਹਾਂ, ਅਸੀਂ ਸੜਦੇ ਹਾਂ। ਉਦੋਂ ਫਿਰ ਆਪਾਂ ਕਹਿੰਦੇ ਹਾਂ ਵੀ ਮੇਰਾ ਮਨ ਨਹੀਂ ਲੱਗਦਾ, ਕਿਉਂਕਿ ਉਹ ਜਿਹੜੀ ਦੁਰਮਤ ਦੀ ਅਗਨ ਦੁਬਦਾ ਦੀ, ਉਹ ਫਿਰ ਸਾਡੇ ਮਨ ਨੂੰ ਜਲਾਉਂਦੀ, ਤੇ ਇਹਦੇ ਵਿੱਚ ਸਾਰਾ ਸੰਸਾਰ ਹੀ ਜਲਦਾ ਪਿਆ। ਇਸੇ ਪਰਥਾਏ ਗੁਰਬਾਣੀ ਗੁਰੂ ਕਹਿੰਦੇ ਦੁਰਮਤ ਅਗਨ ਜਗਤ ਪਰਿਆਰੇ, ਵੀ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ, ਸਾਰਿਆਂ ਦੇ ਮਨ ਜਲਦੇ ਨੇ, ਸਾਰਿਆਂ ਦੇ ਮਨ ਸੜਦੇ ਨੇ। ਤੇ ਇਹ ਕਿਸੇ ਇੱਕ ਦੀ ਨਹੀਂ, ਸਾਡੇ ਸਾਰਿਆਂ ਦੀ ਕਹਾਣੀ, ਸਾਡੇ ਮਨਾਂ ਦੀ। ਤਾਂ ਕਰਕੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਨੇ, ਕਲਾ ਕਲੇਸ਼, ਸਾਡੇ ਮਨ ਦੁਖੀ ਨੇ, ਸਾਡੇ ਮਨ 'ਚ ਕਲੇਸ਼, ਸਾਡੇ ਤਨ ਵਿੱਚ ਕਲੇਸ਼, ਫਿਰ ਗਾਂ ਅੱਗੇ ਸਮਾਜ ਦੇ ਵਿੱਚ ਕਲੇਸ਼, ਫਿਰ ਇਹ ਅੱਗੇ ਦੀ ਅੱਗੇ ਦੁਬਦਾ ਤੋਂ ਇਹ ਕਲੇਸ਼ ਵੱਧਦਾ ਜਾਂਦਾ ਹੈ ਗਾਂ ਦੀ ਗਾਂ ਹੋਰ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਦੱਸਦੇ ਵੀ ਇਸ ਨੂੰ ਖਤਮ ਕਰਨ ਵਾਸਤੇ ਇਹਦਾ ਸੰਸਾਰ ਦੇ ਵਿੱਚ ਹੋਰ ਕੋਈ ਦਾਰੂ ਨਹੀਂ, ਕੋਈ ਇਹਦਾ ਇਲਾਜ ਨਹੀਂ ਹੈ। ਇਹਦਾ ਇਲਾਜ ਸਿਰਫ ਸਿਮਰਨ ਅਭਿਆਸ ਹੈ, ਸਤ ਸੰਗਤ, ਗੁਰੂ ਦੀ ਮੱਤ, ਤੇ ਫਿਰ ਸਾਡਾ ਮਨ ਹੈ ਜਿਹੜਾ ਇਹ ਸੁਖੀ ਹੋ ਸਕਦਾ। ਨਹੀਂ ਤਾਂ ਸੰਸਾਰ ਦੇ ਵਿੱਚ ਇਹਦਾ ਹੋਰ ਕੋਈ ਦਾਰੂ, ਇਹਦਾ ਹੋਰ ਕੋਈ ਇਲਾਜ ਹੀ ਨਹੀਂ ਹੈ। ਇਸ ਲਈ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਸੁੱਖ ਲੈਣਾ, ਕਲਾ ਕਲੇਸ਼ ਆਪਦਾ ਖਤਮ ਕਰਨਾ, ਤੇ ਫਿਰ ਤੁਸੀਂ ਸਿਮਰਨ ਕਰੋ। ਰਮਾਉਂਦੇ ਸਿਮਰੋ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਹੁਣ ਆਪਾਂ ਸਿਮਰਨ ਕਰਾਂਗੇ ਤੇ ਸਾਡਾ ਕਲਾ ਕਲੇਸ਼ ਮਿਟ ਜੇਗਾ। ਤੇ ਜੇ ਸਾਰੇ ਪਰਿਵਾਰ ਦੇ ਵਿੱਚ ਦੁਬਦਾ ਪਈ, ਕਲਾ ਕਲੇਸ਼ ਪਿਆ, ਤੇ ਮਹਾਰਾਜ ਕਹਿੰਦੇ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠੋ, ਸਾਰੇ ਮਿਲ ਕੇ ਸਿਮਰਨ ਕਰੋ। ਜਦੋਂ ਸਾਰੇ ਮਿਲ ਕੇ ਬੈਠ ਕੇ ਸਿਮਰਨ ਕਰਾਂਗੇ ਤੇ ਸਾਡੀ ਇਹ ਦੁਬਦਾ ਖਤਮ ਹੋ ਜਾਏਗੀ। ਭਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਇਨ ਵਿਦ ਪਾਸਾ ਢਾਲੋ ਵੀਰ, ਬਈ ਇਸ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਜਦੋਂ ਇਕੱਠੇ ਹੋ ਕੇ ਬੈਠੋਗੇ, ਤੁਸੀਂ ਸਿਮਰਨ ਕਰੋਗੇ, ਤੇ ਸਾਡੇ ਅੰਦਰੋਂ ਇਹ ਦੁਬਦਾ ਖਤਮ ਹੋ ਜਾਏਗੀ। ਪਰ ਜਿਹੜਾ ਜੀਵ ਭਾਗਾਂ ਤੋਂ ਹੀਣਾ ਮਨਮੁਖ ਹੈ, ਉਹ ਸਿਮਰਨ ਨਹੀਂ ਕਰਦਾ। ਤੁਸੀਂ ਉਹਨੂੰ ਆਖੋਗੇ ਵੀ ਆਓ ਬੈਠ ਕੇ ਆਪਾਂ ਸਿਮਰਨ ਕਰੀਏ, ਉਹ ਨਹੀਂ ਕਰੇਗਾ। ਇਹ ਭਾਗਾਂ ਤੋਂ ਹੀਣਿਆਂ ਦੀ ਨਿਸ਼ਾਨੀ। ਜਿਹੜਾ ਜੀਵ ਜਮਾਂ ਦੇ ਵੱਸ ਚਲਾ ਗਿਆ, ਆਪਾਂ ਨੂੰ ਜਦੋਂ ਗਿਆਨ ਹੋ ਜਾਂਦਾ, ਸੋਝੀ ਆ ਜਾਂਦੀ ਵੀ ਸਿਮਰਨ ਕਰਾਂਗੇ ਤੇ ਮਨ ਸੁਖੀ ਹੋ ਜਾਂਦਾ। ਤੁਸੀਂ ਉਹਨਾਂ ਨੂੰ ਆਖੋਗੇ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਲੇਸ਼ ਹੈ, ਵੀ ਆਓ ਇਕੱਠੇ ਬੈਠ ਕੇ ਸਿਮਰਨ ਕਰੀਏ, ਤੁਹਾਡੀ ਕੋਈ ਮੰਨੇਗਾ ਨਹੀਂ। ਕਿਉਂਕਿ ਜਿਹੜੇ ਜੀਵ ਭਾਗਾਂ ਤੋਂ ਹੀਣੇ ਹੋ ਗਏ, ਜਮਾਂ ਦੇ ਵੱਸ ਹੋ ਗਏ, ਉਹਨਾਂ ਨੇ ਆਪਦੀ ਜਿਹੜੀ ਖੁਰਾਕ, ਉਹ ਖੁਰਾਕ ਹੀ ਦੁਬਦਾ ਬਣਾ ਲਈ। ਉਹਨਾਂ ਨੂੰ ਦੁਬਦਾ ਵੈਰ ਵਿਰੋਧ ਹੀ ਚੰਗਾ ਲੱਗਦਾ। ਉਹਨਾਂ ਨੂੰ ਨਿੰਦਿਆ, ਚੁਗਲੀ, ਈਰਖਾ, ਨਫ਼ਰਤ ਕਰਨੀ ਹੀ ਚੰਗੀ ਲੱਗਦੀ। ਉਹਨਾਂ ਨੂੰ ਜਿਹੜਾ ਅੰਮ੍ਰਿਤ ਉਹ ਕੌੜਾ ਲੱਗਦਾ, ਤੇ ਜਿਹੜੀ ਇਹ ਬਿੱਖ ਜ਼ਹਿਰ ਹੈ, ਇਹ ਜ਼ਹਿਰ ਮਿੱਠੀ ਲੱਗਦੀ। ਸਤਿਗੁਰੂ ਕਹਿੰਦੇ ਵੀ ਮਨਮੁਖ ਜੀਵ ਦੀ ਹਾਲਤ ਇਹ ਅਸੀਂ ਆਪਦੀਆਂ ਅੱਖਾਂ ਦੁਆਰਾ ਦੇਖੀ ਹੈ, ਵੀ ਉਹਨੂੰ ਅੰਮ੍ਰਿਤ ਕੌੜਾ ਤੇ ਜ਼ਹਿਰ ਬਿੱਖ ਮਿੱਠੀ ਲੱਗਦੀ। ਤੇ ਜਦੋਂ ਉਹਦੇ ਕੋਲ ਕੋਈ ਸਿਮਰਨ ਦੀ ਗੱਲ ਕਰੇ ਤੇ ਉਹਨੂੰ ਇਸ ਤਰ੍ਹਾਂ ਡੰਗ ਵੱਜਦਾ ਜਿਵੇਂ ਉਹਦੇ ਬਿੱਛੂ ਨੇ ਜਾਂ ਸੱਪ ਨੇ ਡੰਗ ਮਾਰਿਆ ਹੋਵੇ। ਇੰਨਾ ਜ਼ਿਆਦਾ ਉਹਨੂੰ ਤਕਲੀਫ ਹੁੰਦੀ ਹੈ, ਉਹਨੂੰ ਇੰਨਾ ਜ਼ਿਆਦਾ ਕ੍ਰੋਧ ਚੜ੍ਹਦਾ, ਗੁੱਸਾ ਚੜ੍ਹਦਾ। ਮਹਾਰਾਜ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਣੋਂ ਡੀਠੀ।
ਊੜ ਕਵਟ ਹੰਕਾਰ ਰਜਾਨਾ, ਨਾਮ ਸੁਣਤ ਜਨ ਵਿਛੂ ਡਸਾਨਾ। ਮਹਾਰਾਜ ਕਹਿੰਦੇ ਵੀ ਇਹ ਹਾਲਤ ਅਸੀਂ ਆਪਦੀਆਂ ਨੇਤਰਾਂ ਦੁਆਰਾ ਦੇਖੀ ਮਨਮੁਖ ਦੀ। ਉਹਨੂੰ ਅੰਮ੍ਰਿਤ ਕੌੜਾ ਤੇ ਬਿੱਖ ਮਿੱਠੀ, ਅੰਮ੍ਰਿਤ ਕੌੜਾ ਬਿੱਖਿਆ ਮਿੱਠੀ। ਵੀ ਉਹਨੂੰ ਅੰਮ੍ਰਿਤ ਤਾਂ ਤੁਸੀਂ ਆਖੋਗੇ ਵੀ ਸਿਮਰਨ ਕਰੋ, ਤੁਹਾਡੇ ਮੁੱਖ 'ਚ ਅੰਮ੍ਰਿਤ ਆਏਗਾ, ਤੁਹਾਡੀ ਜਿਹੜੀ ਬਾਣੀ ਉਹ ਮਿੱਠੀ ਹੋ ਜਾਏਗੀ, ਤੁਹਾਡਾ ਜਿਹੜਾ ਮੁੱਖ ਦੇ ਵਿੱਚ ਕੜੱਤਣ ਭਰੀ ਹੈ, ਜਿਹੜਾ ਜ਼ਹਿਰ ਭਰਿਆ ਇਹ ਜ਼ਹਿਰ ਲੱਥ ਜਾਏਗਾ। ਪਰ ਉਹਨੂੰ ਇਹ ਜ਼ਹਿਰ ਹੀ ਚੰਗਾ ਲੱਗਦਾ, ਉਹਨੂੰ ਫਿੱਕਾ ਬੋਲਣਾ, ਮਾੜਾ ਵਚਨ ਬੋਲਣੇ ਉਹੀ ਉਹਨੂੰ ਚੰਗੇ ਲੱਗਦੇ। ਉਹਨੂੰ ਅੰਮ੍ਰਿਤ ਜਿਹੜਾ ਉਹ ਕੌੜਾ ਲੱਗਦਾ, ਬਿੱਖ ਮਿੱਠੀ ਲੱਗਦੀ, ਉਹਨੂੰ ਇਹ ਚੰਗਾ ਲੱਗਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਅਸੀਂ ਹਾਲਤ ਮਨਮੁਖ ਦੀ ਦੇਖੀ, ਵੀ ਉਹਨੂੰ ਅੰਮ੍ਰਿਤ ਕੌੜਾ ਬਿੱਖ ਮਿੱਠੀ ਆ। ਅਤੇ ਜਦੋਂ ਉਹਦੇ ਕੋਲ ਕੋਈ ਨਾਮ ਦੀ ਗੱਲ ਕਰੇ, ਸਿਮਰਨ ਦੀ ਗੱਲ ਕਰੇ, ਤਾਂ ਉਹਨੂੰ ਗੁੱਸਾ ਬੜਾ ਚੜ੍ਹਦਾ। ਤੁਸੀਂ ਆਖੋਗੇ ਤੁਸੀਂ ਕਰੋ ਅਤੇ ਉਹ ਕਹਿਣਗੇ ਤੁਸੀਂ ਵੀ ਨਾ ਕਰੋ। ਇਸ ਕਰਕੇ ਫਿਰ ਇਹ ਪਰਿਵਾਰਾਂ ਦੇ ਵਿੱਚ ਸਾਡੇ ਸੁੱਖ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਸਾਰਾ ਪਰਿਵਾਰ ਬੈਠ ਕੇ ਮਿਲ ਕੇ ਕਰਦਾ ਨਹੀਂ ਸਿਮਰਨ। ਜੇ ਕਿਤੇ ਆਪਾਂ ਸਾਰਾ ਪਰਿਵਾਰ ਲੱਗ ਜਾਈਏ ਕਰਨ, ਤੇ ਉਹ ਘਰ ਹੀ ਮੰਦਰ ਬਣ ਜਾਏ, ਉਹ ਘਰ ਹੀ ਗੁਰਦੁਆਰਾ ਬਣ ਜਾਏ। ਪਰ ਮਹਾਰਾਜ ਫਿਰ ਆਪਾਂ ਨੂੰ ਇੱਥੇ ਸੋਝੀ ਦਿੰਦੇ, ਗਿਆਨ ਦਿੰਦੇ ਵੀ ਇਹ ਆਪੋ ਆਪਣਾ, ਵੀ ਸਭ ਦਾ ਆਪੋ ਆਪਣਾ ਖੇਲ ਹੈ, ਵੀ ਇਹ ਸਿਰਫ ਇੱਕ ਸਾਡੇ ਸੰਜੋਗ ਨੇ। ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋਏ, ਪਰ ਜੇ ਆਖੀਏ ਵੀ ਇਹਨਾਂ 'ਚੋਂ ਸਾਡਾ ਕੋਈ ਸਾਥ ਦੇਵੇ, ਸਾਥ ਕਿਸੇ ਨੇ ਨਹੀਂ ਦੇਣਾ। ਤੁਸੀਂ ਦੇਖੋ ਜਿਹੜੇ ਬੈਠ ਕੇ ਆਪਣੇ ਨਾਲ ਮਿਲ ਕੇ ਸਿਮਰਨ ਨਹੀਂ ਕਰ ਸਕਦੇ, ਉਹ ਸਾਥ ਅੱਗੇ ਕੀ ਦੇਣਗੇ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਸਿਰਫ ਪਿਛਲੇ ਜਨਮਾਂ ਦਾ ਸੰਜੋਗ ਹੈ, ਅੰਤ ਸਮੇਂ ਇਹਨਾਂ 'ਚੋਂ ਕਿਸੇ ਨੇ ਸਹਾਈ ਨਹੀਂ ਹੋਣਾ ਨਾਲ। ਮਾਤ ਪਿਤਾ ਸਤ ਬੰਧੁ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਸਤਿਗੁਰੂ ਕਹਿੰਦੇ ਵੀ ਇਹ ਮਾਤਾ ਪਿਤਾ, ਧੀਆਂ ਪੁੱਤਰ, ਸਾਡਾ ਪਰਿਵਾਰ, ਇਹ ਸਭ ਸੰਜੋਗ ਹੈ ਪਿਛਲੇ ਜਨਮਾਂ ਦਾ, ਅਤੇ ਸੰਜੋਗੀ ਇਕੱਠੇ ਹੋ ਗਏ। ਹੁਣ ਹੈ ਤਾਂ ਸੰਜੋਗੀ ਆ, ਪਰ ਮਨਮੁਖ ਕਹਿੰਦਾ ਮੇਰੇ ਨੇ, ਇਹਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਧੀਆਂ ਪੂਤ ਸੰਜੋਗ, ਮਨਮੁਖ ਜਾਣੇ ਆਪਣੇ। ਮਨਮੁਖ ਕਹਿੰਦਾ ਮੇਰੇ ਹੀ ਨੇ, ਅਤੇ ਮਹਾਰਾਜ ਕਹਿੰਦੇ ਤੁਹਾਡਾ ਸੰਜੋਗ ਹੈ, ਪਿਛਲੇ ਜਨਮਾਂ ਦੇ ਸੰਜੋਗੀ ਹੋ। ਇਹ ਤੁਸੀਂ ਭਰਮ 'ਚ ਕਹਿ ਕੇ ਕਹਿੰਦੇ ਹੋ ਵੀ ਮੇਰੇ ਨੇ, ਤੁਹਾਡੇ ਨਹੀਂ। ਨਾ ਤੁਸੀਂ ਕਿਸੇ ਦੇ ਹੋ ਅਤੇ ਨਾ ਤੁਹਾਡਾ ਕੋਈ ਹੈ। ਇਕੱਲੇ ਅਸੀਂ ਆਏ ਹਾਂ ਇੱਥੋਂ, ਅਤੇ ਇਕੱਲਿਆਂ ਨਹੀਂ ਵਾਪਸ ਜਾਣਾ, ਕਿਸੇ ਨੇ ਅੱਗੇ ਨਾਲ ਨਹੀਂ ਜਾਣਾ ਸਾਡੇ। ਇਸ ਵਾਸਤੇ ਫਿਰ ਜਦੋਂ ਆਪਾਂ ਇਹ ਸਿਮਰਨ ਕਰਦੇ, ਸਤ ਸੰਗਤ ਕਰਦੇ ਹਾਂ, ਫਿਰ ਸਾਨੂੰ ਇਹ ਭੇਤ ਆ ਜਾਂਦਾ, ਸੋਝੀ ਆ ਜਾਂਦੀ ਕਿ ਸਾਡਾ ਅਸਲ ਜਿਹੜਾ ਸਖਾ, ਸਾਡਾ ਜੋ ਅਸਲ ਮਾਤਾ ਪਿਤਾ, ਉਹੀਓ ਸਾਡਾ ਅਸਲ ਸੰਗੀ ਸਾਥੀ ਹੈ, ਬਈ ਜਿਹਨੇ ਸਾਡਾ ਸਾਥ ਕਦੇ ਨਹੀਂ ਛੱਡਣਾ, ਚਾਹੇ ਅਸੀਂ ਇਸ ਲੋਕ ਦੇ ਵਿੱਚ, ਚਾਹੇ ਅਸੀਂ ਪਰਲੋਕ ਦੇ ਵਿੱਚ। ਵਾਹਿਗੁਰੂ ਨਿਰੰਕਾਰ ਇੱਕ ਵਾਰ ਜੇ ਅਸੀਂ ਉਹਦੇ ਸਨਮੁਖ ਹੋ ਗਏ, ਅਸੀਂ ਉਹਦੇ ਨਾਲ ਮਿਲਾਪ ਕਰ ਲਿਆ, ਉਹਨੇ ਇੱਕ ਵਾਰ ਸਾਡੀ ਬਾਂਹ ਫੜ ਲਈ, ਉਹ ਮੁੜ ਕੇ ਨਹੀਂ ਛੱਡਦਾ। ਚਾਹੇ ਅਸੀਂ ਕਿੱਦਾਂ ਦੇ ਵੀ ਬਾਅਦ 'ਚੋਂ ਹੋ ਜਾਈਏ, ਪਰ ਫਿਰ ਵੀ ਉਹ ਸਾਨੂੰ ਛੱਡੇਗਾ ਨਹੀਂ, ਉਹ ਸਾਡਾ ਫਿਰ ਕੋਈ ਵੀ ਔਗਣ ਨਹੀਂ ਜਿਤਾਰਦਾ। ਮਹਾਰਾਜ ਕਹਿੰਦੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਹੁਰ ਕਿਛ ਨਾ ਵਿਚਾਰੇ। ਵੀ ਜਿਨ੍ਹਾਂ ਨੂੰ ਉਹਨੇ ਇੱਕ ਵਾਰ ਆਪਣੇ ਕਰ ਲਿਆ, ਉਹਨਾਂ ਦਾ ਫਿਰ ਉਹ ਕੋਈ ਮੁੜ ਕੇ ਔਗਣ ਨਹੀਂ ਚਿਤਾਰਦਾ, ਕੋਈ ਨਹੀਂ ਵਿਚਾਰਦਾ। ਇਹ ਤਾਂ ਸਿਰਫ ਸੰਸਾਰ ਦੇ ਜੀਵ ਨੇ ਵੀ ਜਿਹੜੇ ਔਗਣ ਦੇਖਦੇ ਨੇ, ਵੀ ਨਾ ਸੋਝੀ ਨਾ ਭੇਦ ਹੋਣ ਕਰਕੇ। ਹਾਲਾਂਕਿ ਸਾਨੂੰ ਕਿਸੇ ਨੂੰ ਹਕਮ ਨਹੀਂ ਵੀ ਅਸੀਂ ਕਿਸੇ ਦੇ ਔਗਣ ਦੇਖੀਏ, ਪਰ ਫਿਰ ਵੀ ਜੀਵ ਨਾ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ ਉਹ ਔਗਣ ਦੇਖਦਾ ਅਤੇ ਔਗਣਾਂ ਦੀ ਸਾਂਝ ਪਾਉਂਦਾ, ਅਤੇ ਉਹੀਓ ਦੁਰਮਤ ਦੀ ਮੈਲ ਸਾਡੇ ਮਨ ਦੇ ਉੱਤੇ ਚੜ੍ਹ ਜਾਂਦੀ। ਇਹਦੇ ਵਿੱਚ ਹੀ ਸਾਡਾ ਮਨ ਮੈਲਾ ਹੋ ਜਾਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਆਪੋ ਆਪਣਾ ਹੈ ਸਭ ਦਾ, ਵੀ ਤੁਸੀਂ ਆਪਦਾ ਕਾਰਜ ਜਿਹੜਾ ਉਹ ਸੰਵਾਰ ਲਓ,
ਮਨ ਨੂੰ ਕਹਿੰਦੇ ਵੀ ਤੂੰ ਸ਼ਬਦ ਦੀ ਵਿਚਾਰ ਕਰਕੇ ਦੇਖ ਵੀ ਤੇਰਾ ਹੈ ਕੌਣ ਹੈ ਇੱਥੇ। ਮਹਾਰਾਜ ਕਹਿੰਦੇ ਐ ਮਨ ਤੇਰਾ ਕੋ ਨਹੀਂ, ਕਰ ਵੇਖ ਸ਼ਬਦ ਵਿਚਾਰ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਸਾਨੂੰ ਸਮਝ ਆਉਂਦੀ ਵੀ ਸਾਡਾ ਇੱਥੇ ਕੋਈ ਸਖਾ ਨਹੀਂ ਹੈ। ਇਹ ਤਾਂ ਸਿਰਫ ਆਪਣੇ ਸੰਯੋਗ ਦਿਨ ਦੇ ਸਮੇਂ ਨੇ। ਦੇਖੋ ਨਾ, ਰਾਤ ਨੂੰ ਤਾਂ ਸਾਡਾ ਵਿਯੋਗ ਹੋ ਜਾਂਦਾ, ਦਿਨੇ ਆਪਾਂ ਕਹਿੰਦੇ ਹਾਂ ਵੀ ਆਹ ਸਾਡਾ ਪਰਿਵਾਰ ਹੈ ਜੀ, ਸਾਡਾ ਸੰਗੀ ਸਾਥੀ ਨੇ, ਅਸੀਂ ਇਹਨਾਂ ਦੇ ਹਾਂ, ਸਾਡੇ ਆ। ਹੁਣ ਜਦੋਂ ਰਾਤ ਨੂੰ ਆਪਾਂ ਸੌਂ ਜਾਂਦੇ ਤੇ ਵਿਯੋਗ ਹੈ, ਤੇ ਜਦੋਂ ਵਿਯੋਗ ਹੋ ਗਿਆ ਕਿਸੇ ਨੂੰ ਨਹੀਂ ਪਤਾ ਵੀ ਕੌਣ ਮਾਂ ਪਿਓ, ਕੌਣ ਧੀ, ਕੌਣ ਪੁੱਤ, ਕੌਣ ਔਰਤ, ਕੌਣ ਮਰਦ, ਕਿਸੇ ਨੂੰ ਨਹੀਂ ਗਿਆਨ, ਕਿਸੇ ਨੂੰ ਨਹੀਂ ਸੋਝੀ। ਸੋ ਜੇ ਸਾਨੂੰ ਹੁਣ ਹੀ ਨਹੀਂ ਪਤਾ ਲੱਗਦਾ, ਹੁਣ ਹੀ ਸਾਨੂੰ ਯਾਦ ਭੁੱਲ ਜਾਂਦਾ, ਤੇ ਜਦੋਂ ਦੇਖੋ ਵੀ ਆਪਣਾ ਸਮਾਂ ਹੀ ਦਿੱਤਾ ਹੋਇਆ ਖਤਮ ਹੋ ਗਿਆ, ਫਿਰ ਸਾਨੂੰ ਕਿੱਥੇ ਯਾਦ ਰਹਿਣਾ ਵੀ ਸਾਡਾ ਪਰਿਵਾਰ ਕਿਹੜਾ ਸੀ, ਕੌਣ ਸਾਡੇ ਸੰਯੋਗੀ ਸੀ, ਕੌਣ ਸਾਡੇ ਸੰਗੀ ਸਾਥੀ ਸੀ। ਸਭ ਭੁੱਲ ਜਾਂਦਾ ਹੈ, ਜਿਵੇਂ ਆਪਾਂ ਨੂੰ ਹੁਣ ਭੁੱਲ ਗਿਆ। ਹੁਣ ਆਪਾਂ ਨੂੰ ਮਾਨਸ ਜਾਮੇ ਵਿੱਚ ਸਭ ਤੋਂ ਵੱਧ ਗਿਆਨ ਨੇ, ਸਭ ਤੋਂ ਵੱਧ ਸੋਝੀ ਹੈ, ਪਰ ਫਿਰ ਵੀ ਆਪਾਂ ਨੂੰ ਜਦ ਤੱਕ ਅਸੀਂ ਜਾਗਦੇ ਨਹੀਂ, ਆਪਾਂ ਨੂੰ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ। ਹਾਲਾਂਕਿ ਇਹ ਤਾਂ ਨਹੀਂ ਵੀ ਆਪਣਾ ਜਨਮ ਪਹਿਲੀ ਵਾਰੀ ਹੋਇਆ, ਜਦੋਂ ਆਪਾਂ ਨੂੰ ਇਹ ਸਰੀਰ ਨਹੀਂ ਸੀ ਮਿਲਿਆ, ਆਪਾਂ ਤਾਂ ਉਦੋਂ ਵੀ ਸੀ। ਉਦੋਂ ਆਪਾਂ ਨੂੰ ਕੋਈ ਹੋਰ ਆਕਾਰ ਮਿਲਿਆ ਹੋਇਆ ਸੀ, ਹੋਰ ਆਪਾਂ ਸਰੀਰ ਦੇ ਵਿੱਚ ਸੀ, ਤੇ ਜਦੋਂ ਉਹ ਸਰੀਰ 'ਚ ਸੀ ਉਦੋਂ ਵੀ ਆਪਣੇ ਸੰਯੋਗੀ ਸੀ, ਉਦੋਂ ਵੀ ਆਪਣੇ ਧੀਆਂ ਪੁੱਤਰ ਹੋਣਗੇ, ਆਪਣੇ ਮਾਂ ਪਿਓ ਹੋਣਗੇ, ਜਾਂ ਆਪਾਂ ਕਿਸੇ ਦੇ ਮਾਂ ਪਿਓ ਹੋਵਾਂਗੇ। ਤੇ ਜਦੋਂ ਆਪਾਂ ਦੇਹ ਛੱਡੀ ਤੇ ਆਪਾਂ ਨੂੰ ਯਾਦ ਹੀ ਨਹੀਂ ਵੀ ਕਿਹਨੇ ਕਿੰਨਾ ਕੁ ਵਿਰਾਗ ਕੀਤਾ, ਕਿੰਨਾ ਕੁ ਕੋਈ ਰੋਇਆ, ਕੌਣ ਸਾਨੂੰ ਯਾਦ ਕਰ ਰਿਹਾ ਹੈ, ਸਭ ਭੁੱਲ ਗਿਆ। ਇਸੇ ਤਰ੍ਹਾਂ ਹੀ ਇਹ ਕੁਦਰਤ ਦਾ ਅਸੂਲ ਹੈ, ਜਦੋਂ ਇੱਕ ਘਰ 'ਚੋਂ ਦੂਸਰੇ 'ਚ ਪਾਉਂਦੇ ਉਹਨੂੰ ਪਿਛੋਕੜ ਭੁਲਾ ਦਿੰਦੇ। ਸਾਨੂੰ ਯਾਦ ਨਹੀਂ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ ਸੀ, ਕਿਹੜੇ ਸਾਡੇ ਸੰਗੀ ਸਾਥੀ ਸੀ। ਸੋ ਇਸ ਵਾਸਤੇ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਹੁਣ ਜੇ ਅਸੀਂ ਇਹਨਾਂ ਬੰਧਨਾਂ ਨੂੰ ਤੋੜ ਲਈਏ ਤੇ ਫਿਰ ਅਸੀਂ ਜੀਵਨ ਮੁਕਤ ਹੋ ਸਕਦੇ, ਅਸੀਂ ਮਾਲਕ ਦੇ ਵਿੱਚ ਸਮਾ ਸਕਦੇ ਹਾਂ। ਤਾਂਹੀਓ ਮਹਾਰਾਜ ਕਹਿੰਦੇ ਵੀ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਤੋੜੋ। ਤੇ ਜਿਹੜੇ ਫਿਰ ਮਾਲਕ ਨੂੰ ਧਿਆਉਂਦੇ ਉਹ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਤੋੜ ਲੈਂਦੇ। ਕਹਿਤ ਕਬੀਰਾ ਜਿਉ ਹਰ ਧਿਆਵੇ ਜੀਵਤ ਬੰਧਨ ਤੋੜੇ। ਬਈ ਇੱਕ ਤਾਂ ਹੁੰਦਾ ਨਾ ਮਰਨ ਤੋਂ ਬਾਅਦ ਅਸੀਂ ਕਹਿੰਦੇ ਵੀ ਸਾਰਾ ਕੁਛ ਹੀ ਛੁੱਟ ਗਿਆ ਜੀ, ਉਹ ਅਸੀਂ ਛੱਡਿਆ ਥੋੜ੍ਹੀ ਆਪ, ਉਹ ਤਾਂ ਛਡਾਇਆ ਸਾਥੋਂ, ਜਮਾਂ ਨੇ ਛਡਾ ਲਿਆ। ਜਿਉਂਦੇ ਜੀ ਛੱਡਣਾ, ਛੱਡਣ ਦਾ ਭਾਵ ਇਹ ਨਹੀਂ ਹੁੰਦਾ ਵੀ ਅਸੀਂ ਘਰ-ਬਾਰ ਛੱਡ ਕੇ ਚਲੇ ਜਾਣਾ, ਮਨ ਕਰਕੇ ਛੱਡਣਾ, ਵੀ ਜਿਹੜਾ ਸਾਡਾ ਮਨ ਵਿੱਚ ਗਰਸਿਆ ਹੋਏ, ਵੀ ਜਿਹੜਾ ਅਸੀਂ ਮਨ ਕਰਕੇ ਦੁਖੀ ਹੋ ਰਹੇ ਹਾਂ, ਜਿਹੜਾ ਅਸੀਂ ਅਸ਼ਾਂਤ ਹੋ ਰਹੇ ਹਾਂ, ਉਹ ਸਾਡਾ ਮਨ ਹੈ ਜਿਹੜਾ ਉਹਨਾਂ ਦੇ ਨਾਲ ਇੱਦਾਂ ਬੱਝਿਆ ਹੋਇਆ ਬੰਧਨਾਂ ਦੇ ਵਿੱਚ। ਅਤੇ ਜਦੋਂ ਅਸੀਂ ਇਹ ਸਿਮਰਨ ਅਭਿਆਸ ਕਰਾਂਗੇ ਅਸੀਂ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਵਾਂਗੇ। ਜਦੋਂ ਆਜ਼ਾਦ ਹੋ ਗਏ ਤਾਂ ਆਪਾਂ ਨੂੰ ਕੋਈ ਦੁੱਖ ਨਹੀਂ ਹੈ। ਇਸ ਕਰਕੇ ਫਿਰ ਜਦੋਂ ਆਪਾਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਗੁਰੂਆਂ ਦੀ ਦੱਸੀ ਹੋਈ ਕਾਰ ਕਮਾਉਂਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਤਿਗੁਰੂ ਆਪਣੇ ਬੰਧਨ ਤੋੜ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਸਤਿਗੁਰ ਸਿੱਖ ਕੇ ਬੰਧਨ ਕਾਟੇ, ਵੀ ਸਤਿਗੁਰੂ ਇਹ ਸਿੱਖ ਦੇ ਬੰਧਨ ਕੱਟ ਦਿੰਦੇ। ਬੰਧਨ ਕੀ ਇਹ ਸਾਰਾ ਵਿਚਾਰ, ਇਹ ਸਭ ਬੰਧਨ ਨਹੀਂ। ਮਹਾਰਾਜ ਕਹਿੰਦੇ ਬੰਧਨ ਮਾਤ ਪਿਤਾ ਸੁਤ ਬਨਿਤਾ, ਮਾਤਾ ਪਿਤਾ ਧੀਆਂ ਪੁੱਤਰ ਇਹ ਸਭ ਸਾਡੇ ਮਨ ਦੇ ਬੰਧਨ ਬਣ ਗਏ। ਬੰਧਨਾਂ ਦੇ ਵਿੱਚ ਪਿਆ ਹੋਏ ਜੀਵ ਦਿਨ ਰਾਤ ਕੰਮ ਕਰੀ ਜਾਂਦਾ। ਬੰਧਨ ਕਰਮ ਧਰਮ ਹੋਂ ਕਰਤਾ, ਨਾਲੇ ਕਰਮ ਕਰਦਾ ਤੇ ਨਾਲੇ ਹਉਮੈ ਹੰਕਾਰ ਵੀ ਕਰਦਾ ਵੀ ਮੈਂ ਕਰਦਾ, ਮੈਂ ਇਹਨਾਂ ਦੀ ਖਾਤਰ ਇੰਨਾ ਕਰ ਰਿਹਾ, ਮੈਂ ਇਹਨਾਂ ਦੀ ਪਾਲਣਾ ਪੋਸ਼ਣਾ ਕਰਦਾ, ਆਪ ਕਰਤਾ ਬਣਿਆ ਹੋਇਆ। ਅਤੇ ਜੇ ਸਾਨੂੰ ਸੋਝੀ ਹੋ ਜੇ ਤਾਂ ਸਾਨੂੰ ਪਤਾ ਲੱਗਦਾ ਵੀ ਕਰਤਾ ਤਾਂ ਇੱਕੋ ਹੀ ਹੈ, ਮਾਲਕ ਜਿਹਨੇ ਜੀਵ ਨੂੰ ਪੈਦਾ ਕੀਤਾ ਉਹੀ ਉਹ ਸਾਰਾ ਕੁਛ ਦੇ ਰਿਹਾ। ਅਤੇ ਅਸੀਂ ਐਵੇਂ ਖਾਮਖਾਹ ਕਰਤੇ ਬਣੇ ਹਾਂ ਅਤੇ ਅਸੀਂ ਐਵੇਂ ਤਾਂਹੀਓ ਦੁਖੀ ਹੋ ਰਹੇ ਹਾਂ।
ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹਨਾਂ ਬੰਧਨਾਂ ਨੂੰ ਤੋੜਨ ਵਾਸਤੇ, ਇਹਨਾਂ ਵਿਚਾਰਾਂ ਤੋਂ ਮਨ ਨੂੰ ਉੱਪਰ ਉਠਾਉਣ ਵਾਸਤੇ ਇਹ ਸਿਮਰਨ ਅਭਿਆਸ ਹੈ। ਜਿਉਂ-ਜਿਉਂ ਅਸੀਂ ਮਾਲਕ ਨੂੰ ਧਿਆਵਾਂਗੇ, ਸਿਮਰਨ ਕਰਾਂਗੇ ਅਤੇ ਜਿਉਂਦੇ ਜੀ ਅਸੀਂ ਇਹਨਾਂ ਬੰਧਨਾਂ ਨੂੰ ਤੋੜ ਲਾਂਗੇ। ਆਹੋ ਹੁਣ ਕਿਵੇਂ ਸਾਡੇ ਬੰਧਨ ਟੁੱਟਣੇ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਦੱਸਦੇ ਨੇ। ਆਹੋ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖੋ ਜਗਤੀ ਤਰੀਕਾ ਜਦੋਂ ਆਪਾਂ ਇਹ ਸਿਮਰਨ ਕਰਦੇ, ਜਿਉਂ-ਜਿਉਂ ਅਭਿਆਸ ਕਰਾਂਗੇ ਸਾਡਾ ਮਨ ਸੁਖੀ ਹੁੰਦਾ ਜਾਏਗਾ, ਸਾਡੇ ਬੰਧਨ ਟੁੱਟਦੇ ਜਾਣਗੇ। ਬੰਧਨ ਕੀ ਨੇ? ਵਿਚਾਰ। ਵਿਚਾਰਾਂ ਦੇ ਵਿੱਚ ਸਾਡਾ ਮਨ ਇਹ ਬੰਧਨਾਂ ਦੇ ਵਿੱਚ ਵੱਜਿਆ ਹੋਇਆ ਹੈ। ਹੁਣ ਅਸੀਂ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਸਕਦੇ ਹਾਂ। ਜਿਵੇਂ ਅਸੀਂ ਵੱਜੇ ਹਾਂ ਉਵੇਂ ਅਸੀਂ ਆਜ਼ਾਦ ਵੀ ਹੋ ਸਕਦੇ। ਪਰ ਜਦੋਂ ਅਸੀਂ ਭਰਮ 'ਚ ਪਏ ਹੁੰਦੇ ਅਸੀਂ ਆਜ਼ਾਦ ਹੋਣਾ ਨਹੀਂ ਚਾਹੁੰਦੇ ਆਪ ਹੀ। ਜਿਵੇਂ ਮਹਾਰਾਜ ਨੇ ਸਾਨੂੰ ਗੁਰਬਾਣੀ ਗੁਰੂ ਵਿੱਚ ਮਿਸਾਲਾਂ ਦਿੱਤੀਆਂ ਹੋਰਾਂ ਜੀਵਾਂ ਦੀਆਂ, ਜਾਨਵਰਾਂ ਦੀਆਂ, ਪਸ਼ੂਆਂ ਪੰਛੀਆਂ ਦੀਆਂ। ਜਿਵੇਂ ਇੱਕ ਮਰਕਟ ਕਹਿੰਦੇ ਬਾਂਦਰ ਨੂੰ, ਗੁਰਬਾਣੀ 'ਚ ਮਰਕਟ ਆਖੀ। ਹੁਣ ਉਹ ਇੱਕ ਮੁੱਠੀ ਖੇਲਾਂ ਦੇ ਬਦਲੇ ਆਪਦੇ ਆਪ ਨੂੰ ਬਣਾ ਲੈਂਦਾ, ਸ਼ਿਕਾਰੀ ਦੇ ਹਵਾਲੇ ਕਰ ਦਿੰਦਾ। ਸ਼ਿਕਾਰੀ ਹੈ ਜਿਹੜਾ ਉਹ ਜਾਣਦਾ ਹੈ ਬਾਂਦਰ ਦੀ ਆਦਤ ਨੂੰ, ਖੁਰਾਕ ਨੂੰ, ਵੀ ਇਹਨੂੰ ਖੇਲਾਂ ਬੜੀਆਂ ਪਸੰਦ। ਉਹਨੇ ਜਦੋਂ ਉਹਨੂੰ ਫੜਨਾ ਹੁੰਦਾ ਉਹ ਕੀ ਕਰਦਾ, ਇੱਕ ਕੁੱਜੀ ਲੈਂਦਾ,
ਤੰਗ ਮੂੰਹ ਵਾਲੀ, ਕੁਝ ਖੇਲਾਂ ਉਹਦੇ ਵਿੱਚ ਪਾ ਕੇ ਉਹਨੂੰ ਥੱਲੇ ਦੱਬ ਦਿੰਦਾ, ਕੁਝ ਖੇਲਾਂ ਚਾਰ ਚੁਫੇਰੇ ਖਿਲਾਰ ਦਿੰਦਾ। ਹੁਣ ਬਾਂਦਰਾਂ ਦੇ ਝੁੰਡ ਹੁੰਦੇ, ਉਹ ਦੇਖਦੇ ਜਦੋਂ ਖੇਲਾਂ ਨੂੰ ਆਉਂਦੇ ਤੇ ਇੱਕ ਬਾਂਦਰ ਉਹਦੇ ਵਿੱਚ ਹੱਥ ਪਾ ਲੈਂਦਾ ਕੁੱਜੀ ਦੇ, ਤੇ ਜਦੋਂ ਮੁੱਠ ਭਰਦਾ ਖੇਲਾਂ ਦੀ ਉਹ ਮੁੱਠੀ ਵਿੱਚ ਫਸ ਜਾਂਦੀ, ਮੂੰਹ ਤੰਗ, ਫਿਰ ਉਹ ਚੀਕਾਂ ਮਾਰਦਾ। ਹੁਣ ਉਹ ਸ਼ਿਕਾਰੀ ਸਮਝ ਜਾਂਦਾ ਵੀ ਫਸ ਗਿਆ, ਨਿਕਲ ਸਕਦਾ ਜੇ ਉਹ ਮੁੱਠੀ ਖੋਲ੍ਹ ਦੇਵੇ, ਜਿਵੇਂ ਉਹਨੇ ਵਿੱਚ ਹੱਥ ਪਾਇਆ ਉਵੇਂ ਹੀ ਨਿਕਲ ਸਕਦਾ, ਪਰ ਉਹ ਲਾਲਚ 'ਚ ਲੋਭ 'ਚ ਪਿਆ ਹੋਇਆ, ਉਹ ਮੁੱਠੀ ਛੱਡਣੀ ਵੀ ਨਹੀਂ ਚਾਹੁੰਦਾ, ਮੁੱਠੀ ਭਰੀ ਹੋਈ ਖੋਲ੍ਹਣੀ ਨਹੀਂ ਚਾਹੁੰਦਾ, ਤੇ ਚੀਕਾਂ ਵੀ ਮਾਰੀ ਜਾਂਦਾ ਵੀ ਮੈਂ ਫਸ ਗਿਆ, ਮੈਨੂੰ ਛਡਾਓ। ਤੇ ਇਹਨੇ ਨੂੰ ਫਿਰ ਉਹ ਸ਼ਿਕਾਰੀ ਆ ਜਾਂਦਾ, ਤੇ ਉਹ ਫਿਰ ਉਹਨੂੰ ਇੱਕ ਮੁੱਠੀ ਦੇ ਬਦਲੇ ਉਹਦੇ ਉਹ ਘਰ ਘਰ ਫਿਰ ਉਹਨੂੰ ਨਚਾਉਂਦਾ, ਮਦਾਰੀ। ਹੁਣ ਉਹੀ ਅਵਸਥਾ ਇਹ ਮਰਕਟ ਵਾਲੀ ਸਾਡੇ ਮਨ ਦੀ। ਹੁਣ ਇਹ ਦੁਖੀ ਵੀ ਹੋਈ ਜਾਂਦਾ, ਕਿਸੇ ਨੂੰ ਪੁੱਛ ਲਓ, ਹਰ ਇੱਕ ਜੀਵ ਦੁਖੀ ਹੈ, ਕੋਈ ਕਿਸੇ ਕਰਕੇ, ਕੋਈ ਕਿਸੇ ਕਰਕੇ, ਪਰਿਵਾਰਾਂ ਦੇ ਵਿੱਚ। ਤੇ ਮਹਾਰਾਜ ਕਹਿੰਦੇ ਦੁੱਖ ਦਾ ਕਾਰਨ ਕੀ ਹੈ? ਤੁਹਾਡੇ ਬੰਧਨ, ਤੁਸੀਂ ਬੰਧਨਾਂ 'ਚ ਬੱਝੇ ਹੋਏ ਹੋ, ਤਾਂ ਤੁਸੀਂ ਦੁਖੀ ਹੋ ਰਹੇ। ਤੁਸੀਂ ਇਹਨਾਂ ਬੰਧਨਾਂ ਨੂੰ ਛੱਡ ਦਿਓ। ਤੁਸੀਂ ਜਿਹੜੀਆਂ ਮੁੱਠੀਆਂ ਮੀਚੀਆਂ ਹੋਈਆਂ ਤੁਸੀਂ ਕਹਿੰਦੇ ਹੋ ਮੇਰੇ ਆ, ਉਹ ਤਾਂ ਤੁਸੀਂ ਦੁਖੀ ਹੋ ਰਹੇ। ਜੋ ਗੁਰਬਾਣੀ ਗੁਰੂ ਕਹਿ ਰਹੇ ਵੀ ਤੁਹਾਡੇ ਨਹੀਂ, ਤੁਹਾਡੇ ਸੰਜੋਗੀ ਨੇ, ਤੇ ਤੁਸੀਂ ਮੁੱਠੀਆਂ ਖੋਲ੍ਹ ਦਿਓ। ਜਦੋਂ ਮੁੱਠੀ ਖੁੱਲ੍ਹ ਗਈ ਤੇ ਅਸੀਂ ਆਜ਼ਾਦ ਹੋ ਜਾਣਾ। ਹੁਣ ਅਸੀਂ ਉਹ ਮੁੱਠੀਆਂ ਖੋਲ੍ਹਣੀਆਂ ਵੀ ਨਹੀਂ ਚਾਹੁੰਦੇ ਤੇ ਚੀਕਾਂ ਵੀ ਮਾਰੀ ਜਾਂਦੇ ਵੀ ਅਸੀਂ ਦੁਖੀ ਬੜੇ ਹਾਂ, ਜੀ ਸਾਡੇ ਮਨ ਨੂੰ ਸ਼ਾਂਤੀ ਨਹੀਂ, ਸਾਡੇ ਮਨ ਨੂੰ ਸੁੱਖ ਨਹੀਂ ਹੈ, ਸਾਡੇ ਪਰਿਵਾਰਾਂ 'ਚ ਕਲਾ ਕਲੀਸ਼। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹੀਓ ਹਾਲਤ ਮਰਕਟ ਵਾਲੀ ਹੈ ਸਾਡੇ ਮਨ ਦੀ। ਸ਼ਿਕਾਰੀ ਕਾਲ ਹੈ ਤੇ ਇਹ ਸਮਝਦਾ, ਇਹਨੇ ਹੁਣ ਇਹ ਸਾਡੇ ਬੰਧਨ, ਇਹਨੇ ਬੰਧਨ ਪਾਤੇ ਸਾਨੂੰ, ਬੰਧਨਾਂ ਦਾ ਜਾਲ ਵਿਛਾ ਕੇ ਅਸੀਂ ਜਾਲ 'ਚ ਫਸ ਗਏ। ਹੁਣ ਚੀਕਾਂ ਤਾਂ ਮਾਰੀ ਜਾਂਦੇ ਆ, ਛੱਡਦੇ ਨਹੀਂ, ਤੇ ਇਹਨੇ ਨੂੰ ਸਮਾਂ ਖਤਮ ਹੋ ਜਾਂਦਾ। ਚੀਕਾਂ ਮਾਰਦਿਆਂ ਦਾ ਦੁਖੀ ਦਾ ਹੀ ਉੱਧਰੋਂ ਸਮਾਂ ਖਤਮ ਹੋ ਗਿਆ, ਸਵਾਸ ਮੁੱਕ ਜਾਂਦੇ। ਉਹ ਕਾਲ ਆ ਕੇ ਇੱਥੋਂ ਹੀ ਫੜ ਲੈਂਦਾ ਮਨ ਨੂੰ, ਇਹਦੇ ਘਰ ਘਰ ਨਚਾਉਂਦਾ, 84 ਲੱਖ ਜੂਨ ਦੇ ਵਿੱਚ ਗੇੜਾ ਕਢਾਉਂਦਾ। ਇਹ ਅਵਸਥਾ ਫਿਰ ਮਹਾਰਾਜ ਗੁਰਬਾਣੀ 'ਚ ਦੱਸਦੇ, ਕਹਿੰਦੇ ਮਰਕਟ ਮੁਸ਼ਟੀ ਨਾਜ ਕੀ ਮਨ ਬੋਰਾ ਰੇ ਲੀਨੀ ਹਾਥ ਪਸਾਰ, ਛੂਟਨ ਕੋ ਸੰਸਾ ਭਰਿਓ ਮਨ ਬੋਰਾ ਰੇ ਨਾਚਿਓ ਘਰ ਘਰ ਵਾਰ। ਜਿਵੇਂ ਇੱਕ ਮੁੱਠੀ ਦੇ ਬਦਲੇ ਉਹ ਬਾਂਦਰ ਨੇ ਆਪਦੇ ਆਪ ਨੂੰ ਸ਼ਿਕਾਰੀ ਦੇ ਹਵਾਲੇ ਕਰ ਦਿੱਤਾ, ਥੋੜ੍ਹੇ ਜਿਹੇ ਲਾਲਚ ਦੀ ਖਾਤਰ। ਤੇ ਇਸੇ ਤਰ੍ਹਾਂ ਹੀ ਸਾਡਾ ਮਨ ਲੋਭ ਦੇ ਵਿੱਚ, ਲਾਲਚ ਦੇ ਵਿੱਚ ਪਿਆ ਹੋਇਆ, ਇਹ ਸਾਰੀ ਉਮਰ ਗਵਾ ਜਾਂਦਾ, ਬੰਧਨਾਂ ਤੋਂ ਯਾਦ ਹੀ ਨਹੀਂ ਹੁੰਦਾ। ਤੇ ਜਿਨ੍ਹਾਂ ਦੀ ਖਾਤਰ ਕਰਦਾ ਉਹ ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਉਹ ਵੀ ਇੱਥੇ ਹੀ ਰਹਿ ਗਏ ਤੇ ਨਾ ਅੱਗੇ ਕੋਈ ਸਾਥ ਦਿੰਦਾ। ਇਸ ਲਈ ਫਿਰ ਜਦੋਂ ਇਹਦੇ ਕੁੱਟ ਪੈਂਦੀ, ਜਮ ਲੈ ਕੇ ਜਾਂਦੇ, ਫਿਰ ਉਦੋਂ ਪਛਤਾਉਂਦਾ। ਜਿਨ੍ਹਾਂ ਦੀ ਖਾਤਰ ਕਹਿੰਦਾ ਸੀ ਮੇਰੇ ਨੇ, ਉਹਨਾਂ ਦੇ ਕੋਲ ਹੀ ਖੜਾ ਹੁੰਦਾ, ਉੱਥੇ ਜਮ ਕੁੱਟਣ ਲੱਗ ਜਾਂਦੇ। ਇਹ ਉਹਨਾਂ ਜਮਾਂ ਨੂੰ ਕਹਿੰਦਾ ਵੀ ਮੈਨੂੰ ਕੁੱਟੋ ਨਾ, ਵੀ ਮੈਨੂੰ ਬੇਨਤੀ ਕਰ ਲੈਣ ਦਿਓ ਪਰਿਵਾਰ ਦੇ ਮੈਂਬਰਾਂ ਨੂੰ, ਇਹ ਮੈਨੂੰ ਛਡਾ ਲੈਣਗੇ। ਉਹ ਕਹਿੰਦੇ ਕਰ ਲਾ। ਉਹਨਾਂ ਨੂੰ ਬੇਨਤੀਆਂ ਕਰਦਾ ਤੇ ਉਹ ਕੋਈ ਦੇਖਦਾ ਹੀ ਨਹੀਂ ਉਹਦੇ ਵੱਲ, ਕਿਉਂਕਿ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਇਹਦੇ ਅੰਦਰ ਵੱਸਦਾ ਸੀ, ਕਿਉਂਕਿ ਜਿਉਂਦੇ ਜੀ ਪਹਿਚਾਣ ਨਹੀਂ ਕੀਤੀ ਉਹਦੀ। ਸਿਰਫ ਇਹ ਸਰੀਰ ਦੇ ਨਾਲ ਹੀ ਪਿਆਰ ਕਰਦੇ ਸੀ, ਉਹ ਸਰੀਰ ਉੱਥੇ ਹੀ ਪਿਆ ਹੁੰਦਾ, ਉਹਦੇ ਕੋਲ ਬੈਠੇ ਹੁੰਦੇ। ਜਿਹੜਾ ਅੰਦਰ ਵੱਸਦਾ ਸੀ ਉਹ ਜਮਾਂ ਨੇ ਬਾਹਰ ਕੱਢ ਲਿਆ ਸਰੀਰ 'ਚ। ਤੇ ਉਦੋਂ ਫਿਰ ਮਨ ਪਛਤਾਉਂਦਾ ਹੈ, ਤੇ ਫਿਰ ਪਛਤਾਵੇ 'ਚ ਉੱਥੇ ਕਹਿੰਦਾ ਹੈ ਵੀ ਮੈਂ ਪਰਮਾਤਮਾ ਦਾ ਸਿਮਰਨ ਛੱਡ ਕੇ ਵੀ ਇੱਕ ਕਟੰਬ ਪਾਲਦਾ ਰਿਹਾ। ਪਰਿਵਾਰ ਨੂੰ ਕਟੰਬ ਕਹਿੰਦੇ, ਧੀਆਂ ਪੁੱਤਰ ਇਹ ਸਭ ਸਾਡਾ ਕਟੰਬ ਹੈ। ਤੇ ਜਿਸ ਕਟੰਬ ਨੂੰ ਮੈਂ ਪਾਲਦਾ ਰਿਹਾ, ਉਹ ਕਟੰਬ 'ਚੋਂ ਮੇਰਾ ਕਿਸੇ ਨੇ ਸਾਥ ਨਾ ਦਿੱਤਾ, ਕਿਸੇ ਨੇ ਔਖੀ ਘੜੀ 'ਚ ਮੇਰੀ ਬਾਤ ਵੀ ਨਹੀਂ ਪੁੱਛੀ, ਕਿਸੇ ਨੇ ਮੇਰੇ ਵੱਲ ਦੇਖਿਆ।
ਤੇ ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ, ਕਬੀਰ ਹਰਿ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕਟੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਬਈ ਮੈਂ ਪਰਮਾਤਮਾ ਦਾ ਸਿਮਰਨ ਛੱਡ ਕੇ ਕਟੰਬ ਹੀ ਪਾਲਦਾ ਰਿਹਾ ਸਾਰੀ ਉਮਰ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਜੀਵ ਲੱਗੇ ਹੋਏ ਕਟੰਬ ਪਾਲਣ, ਤੇ ਉਹਨਾਂ ਨੂੰ ਕਹੋ ਵੀ ਸਿਮਰਨ ਕਰ ਲਓ, ਸੰਗਤ ਕਰ ਲਓ, ਤੇ ਉਹ ਕਟੰਬ 'ਚੋਂ ਟਾਈਮ ਹੀ ਨਹੀਂ ਹੈ ਵੀ ਸੰਗਤ ਕਰ ਲਈਏ, ਸਿਮਰਨ ਕਰ ਲਈਏ। ਤੇ ਉਦੋਂ ਪਛਤਾਉਂਦਾ ਹੈ ਫਿਰ ਜਦੋਂ ਸਮਾਂ ਖਤਮ ਹੁੰਦਾ ਹੈ, ਫਿਰ ਪਛਤਾਵੇ 'ਚ ਕਹਿੰਦਾ ਵੀ ਜਿਹੜੀ ਕਟੰਬ ਦੀ ਖਾਤਰ ਕਰਦਾ ਰਿਹਾ ਉਹਨਾਂ ਨੇ ਮੇਰਾ ਕਿਸੇ ਨੇ ਸਾਥ ਨਾ ਦਿੱਤਾ। ਤੇ ਉਹੀਓ ਪਹਿਲਾਂ ਹੀ ਕਹਿ ਰਹੇ ਸਤਿਗੁਰੂ ਵੀ ਤੁਹਾਡਾ ਇਹਨਾਂ ਨੇ ਸਾਥ ਨਹੀਂ ਦੇਣਾ। ਜੇ ਅਸੀਂ ਪਹਿਲਾਂ ਹੀ ਮੰਨ ਲੈਂਦੇ ਗੁਰੂ ਦੀ ਗੱਲ ਤੇ ਫਿਰ ਸਾਨੂੰ ਪਛਤਾਉਣਾ ਨਾ ਪੈਂਦਾ। ਇਸ ਕਰਕੇ ਫਿਰ ਆਪਾਂ ਨੂੰ ਪਹਿਲਾਂ ਹੀ ਸਤਿਗੁਰੂ ਸਾਵਧਾਨ ਕਰਦੇ ਨੇ ਵੀ ਜੋ ਸਾਨੂੰ ਗੁਰਮੁਖ ਸਮਝਾਉਂਦੇ, ਜੇ ਅਸੀਂ ਪਹਿਲਾਂ ਹੀ ਉਹਨਾਂ ਦਾ ਵਚਨ ਮੰਨ ਲਈਏ ਵੀ ਇਹ ਜੋ ਕਹਿ ਰਹੇ ਬਿਲਕੁਲ ਸੱਤ ਕਹਿ ਰਹੇ ਨੇ, ਵੀ ਇਹ ਝੂਠ ਨਹੀਂ ਕਹਿ ਰਹੇ, ਫਿਰ ਸਾਨੂੰ ਪਛਤਾਉਣਾ ਨਹੀਂ ਪੈਂਦਾ। ਕਿਉਂਕਿ ਅਸੀਂ ਉਹਨਾਂ ਦਾ ਵਚਨ ਮੰਨ ਕੇ ਉਹ ਵਚਨ ਨੂੰ ਕਮਾ ਲੈਂਦੇ ਹਾਂ। ਅਤੇ ਜਦੋਂ ਅਸੀਂ ਉਹਨਾਂ ਦਾ ਵਚਨ ਮੰਨਦੇ ਨਹੀਂ ਅਤੇ ਫਿਰ ਸਾਨੂੰ ਪਛਤਾਉਣਾ ਪੈਂਦਾ, ਅਤੇ ਫਿਰ ਤਾਂ ਪਛਤਾਵਾ ਹੀ ਰਹਿ ਜਾਂਦਾ। ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਪਹਿਲਾਂ ਹੀ ਸਾਵਧਾਨ ਕਰਦੇ ਨੇ, ਪਹਿਲਾਂ ਹੀ ਸਾਨੂੰ ਸਮਝਾ ਰਹੇ ਵੀ ਪਹਿਲਾਂ ਹੀ ਅਸੀਂ ਕਿੰਨੇ ਜਨਮ ਅੱਗੇ ਇਸੇ ਤਰ੍ਹਾਂ ਹੀ ਅਸੀਂ ਹਾਰਦੇ ਰਹੇ, ਵਾਰ-ਵਾਰ ਜੂਨਾਂ 'ਚ ਆ ਰਹੇ ਹਾਂ ਵੀ ਹੁਣ ਫਿਰ ਨਾ ਤੁਸੀਂ ਦੁਬਾਰਾ ਵਾਪਸ ਮੁੜ ਜਿਓ। ਤਾਈਓ ਸਾਨੂੰ ਰੋਜ਼ ਸਮਝਾਉਂਦੇ ਗੁਰੂ ਅਮਰਦਾਸ ਜੀ, ਇਹ ਮਨ ਪਿਆਰਿਆ, ਇਹ ਕਟੰਬ ਤੂੰ ਜੋ ਦੇਖਦਾ ਚੱਲੇ ਨਹੀਂ ਤੇਰੇ ਨਾਲੇ, ਵੀ ਇਹ ਜਿਹੜਾ ਕਟੰਬ ਤੂੰ ਦੇਖਦਾ ਇਹਨੇ ਤੇਰੇ ਨਾਲ ਨਹੀਂ ਜਾਣਾ। ਸਾਹ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਵੀ ਜਿਹਨੇ ਤੇਰੇ ਨਾਲ ਨਹੀਂ ਜਾਣਾ ਉਹਦੇ ਨਾਲ ਕਿਉਂ ਚਿੱਤ ਲਾਇਆ, ਕਿਉਂ ਵੱਜਿਆ ਤੂੰ ਉਹਦੇ ਨਾਲ ਹੀ, ਵੀ ਸਾਰਾ ਕੁਛ ਇਹਨਾਂ ਨੂੰ ਹੀ ਸਮਝਦਾ। ਬਈ ਇਸ ਵਾਸਤੇ ਜੇ ਤੂੰ ਚਿੱਤ ਮਾਲਕ ਨਾਲ ਲਾ ਲਈ, ਪਰਮਾਤਮਾ ਦੇ ਨਾਲ ਲਾ ਲਈ, ਤੇ ਫਿਰ ਮਾਲਕ ਨੇ ਤਾਂ ਤੇਰਾ ਸਾਥ ਦੇਣਾ ਹੀ ਦੇਣਾ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਤਿਗੁਰੂ ਫਿਰ ਇਹੀਓ ਸਮਝਾਉਂਦੇ ਵੀ ਇੱਧਰ ਸੰਸਾਰ ਦੇ ਵਿੱਚ ਮਾਲਕ ਨੂੰ ਛੱਡ ਕੇ ਜੀਵ ਹੋਰ ਜਿਹਦੇ ਨਾਲ ਵੀ ਜੁੜੇ ਹੈ ਉਹ ਸਭ ਖਾਕ ਮਿੱਟੀ ਦੇ ਵਿੱਚ ਮਿਲ ਜਾਣਾ, ਇਹ ਸਰੀਰ ਵੀ ਮਿੱਟੀ 'ਚ ਮਿਲ ਜਾਣਾ। ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਜਾਣਾ। ਇਸ ਲਈ ਮਹਾਰਾਜ ਕਹਿੰਦੇ, ਰਤਨ ਪਦਾਰਥ ਮਾਨਕ ਸੋਇਨਾ ਰੂਪਾ ਖਾਕ, ਵੀ ਇਹ ਸਭ ਖਾਕ 'ਚ ਮਿਲ ਜਾਣ। ਮਾਤ ਪਿਤਾ ਸਤ ਬੰਧ ਪਾ ਕੂੜੇ ਸਭੇ ਸਾਕ, ਇਹ ਸਭ ਸਾਕ ਸੰਬੰਧੀ ਸਭ ਕੂੜ, ਕਿਸੇ ਨੇ ਸਾਥ ਨਹੀਂ ਦੇਣਾ। ਜਿਨ ਕੀਤੀ ਤਿਸੇ ਨਾ ਜਾਣੇ, ਮਨਮੁਖ ਪਸ਼ੂ ਨਾ ਪਾਕ, ਵੀ ਮਨਮੁਖ ਪਸ਼ੂ ਹੈ ਤਾਂ ਕਹਿੰਦੇ ਵੀ ਇਹਨਾਂ ਨਾਲ ਤਾਂ ਜੁੜਿਆ ਹੋਇਆ, ਇਹਨਾਂ ਨੂੰ ਤਾਂ ਆਪਦਾ ਸਮਝਦਾ ਹੈ, ਪਰ ਜਿਹਨੇ ਪੈਦਾ ਕੀਤਾ ਉਹਨੂੰ ਨਹੀਂ ਜਾਣਦਾ, ਉਹਦੇ ਨਾਲ ਨਹੀਂ ਜੁੜਦਾ, ਉਹਦਾ ਭਗਤੀ, ਉਹਦਾ ਸਿਮਰਨ ਨਹੀਂ ਕਰਦਾ, ਉਹਦੀ ਬੰਦਗੀ ਨਹੀਂ ਕਰਦਾ। ਇਸ ਕਰਕੇ ਗੁਰਬਾਣੀ ਗੁਰੂ ਵਿੱਚ ਫਿਰ ਆਪਾਂ ਨੂੰ ਸੱਚ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਿਆ, ਵੀ ਜਿਹਦੇ ਅਸੀਂ ਸਾਰੇ ਬੱਚੇ ਹਾਂ, ਜਿਹੜਾ ਹਰ ਥਾਂ 'ਤੇ ਮੌਜੂਦ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਹੈ। ਸਾਡੇ ਅੰਦਰ ਵੀ ਉਹਦਾ ਪ੍ਰਕਾਸ਼ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਉਹਦਾ ਹੀ ਪ੍ਰਕਾਸ਼। ਪਰ ਇਹ ਸਾਡੇ ਬੰਧਨ ਹੀ ਸਾਨੂੰ ਮਿਲ ਨਹੀਂ ਦਿੰਦੇ ਮਾਲਕ। ਇਹ ਬੰਧਨਾਂ 'ਚ ਪਏ ਹੋਈ ਅਸੀਂ ਪਰਮਾਤਮਾ ਤੋਂ ਦੂਰ ਹਾਂ। ਜਦੋਂ ਅਸੀਂ ਇਹ ਬੰਧਨਾਂ ਨੂੰ ਤੋੜ ਦਾਂਗੇ ਵਿਚਾਰਾਂ ਨੂੰ, ਅਤੇ ਮਾਲਕ ਤਾਂ ਸਾਡੇ ਹਰ ਸਮੇਂ ਅੰਗ ਸੰਗ ਸਾਡੇ ਨੇੜੇ। ਸੋ ਇਸ ਵਾਸਤੇ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਵੀ ਜੋ ਸੱਚ ਵਾਹਿਗੁਰੂ ਉਹਦੇ ਨਾਲ ਜੁੜੀਏ, ਉਹਦਾ ਵੱਧ ਤੋਂ ਵੱਧ ਆਪਾਂ ਸਿਮਰਨ ਕਰੀਏ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੀਏ, ਖੋਜੀਏ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰੀਏ, ਤਾਂ ਕਿ ਜੋ ਸਤਿਗੁਰੂ ਸਾਨੂੰ ਸਮਝਾ ਰਹੇ ਸਾਨੂੰ ਇਹਦੀ ਸਮਝ ਲੱਗ ਜੇ, ਸਾਡੇ ਮਨ 'ਚ ਬੈਠ ਜੇ ਇਹ ਗਿਆਨ, ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕੀਏ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦਿਆਂ 'ਚ ਵਸ ਜੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ
ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ